एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। हम संतन की रेन प्यारे हम संतन की शरणा संत हमारी ओट सतानी संत हमारा गहना। हम संतन स्यों बन आए पूर्व लिखिया पाई यह मन तेरा पाई। संतन स्यों मेरी लेवा देवी संतन स्यों ब्यवहारा संतन स्यों हमला खटिया हर भगत भरे भंडारा। संतन मौका पूंजी सौंपी तो उतरिया मन का धोखा। धर्म राय अब कहाँ करेगो जो फाट्यो सगलो लेखा। महा आनंद भय सुख पाया संतन कै प्रसादे। कहो नानक हर स्यो मन मानिया रंग रते बिस्मादे। महा आनंद भय सुख पाया संतन कै प्रसादे। कहो नानक हर स्यो मन मानिया रंग रते बिस्मादे। सज्जन सच्चा पातशाह सिर साहां दा साह। जिस पास बैठिया सोहीए सबना दा बेसाहो। सतनाम श्री वाहिगुरु साहिब जी। भादोए भरम भुलाणिया दूजा लगा हेत। लख सीगार बनाया कारज नाही केत। भादोए भरम भुलाणिया दूजा लगा हेत। लख सीगार बनाया कारज नाही केत। जित दिन देह बिनससी तित वेला कहसन प्रेत। पकड़ चलायन दूत जम किसै न देनी भेत। छड़ खड़ोते खिनै माहे जिन स्यो लगा हेत। हथ मरोड़ा तन कपे स्याह होआ सेत। जेहा बीजै सो लुणै कर्म संदड़ा खेत। नानक प्रभ शरणागति चरण बोहित प्रभ देत। से भादोए नरक न पाई है गुर रखण वाला हेत।
ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਪਰਮ ਭੁਲਾਣੀਆਂ ਦੂਜੈ ਲੱਗਾ ਹੇਤ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਦਮਦਮੀ ਟਕਸਾਲ ਦੇ ਮੁੱਖ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਸਥਾਨ ਤੇ ਪਰਸੋਂ ਰੋਡ ਤੋਂ ਲੈ ਕੇ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਤੁਰਕੀ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਉਹਨਾਂ ਦੇ ਭੋਗਾਂ ਦੇ ਸਮੇਂ ਆਪ ਜੀ ਨੇ ਹਾਜ਼ਰੀ ਭਰੀ ਹੈ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦਾ ਨਿਤਨੇਮ ਅਤੇ ਆਸਾ ਜੀ ਦੀ ਵਾਰ ਦੀ ਉਹ ਮਹਾਨ ਪਾਵਨ ਪਵਿੱਤਰ ਗੁਰਬਾਣੀ, ਜਿਸ ਗੁਰਬਾਣੀ ਦਾ ਪਾਠ ਸਰਵਣ ਕਰਨ ਦੇ ਨਾਲ, ਪਾਠ ਉਚਾਰਨ ਕਰਨ ਦੇ ਨਾਲ, ਕੀਰਤਨ ਸਰਵਣ ਕਰਨ ਦੇ ਨਾਲ, ਕੀਰਤਨ ਕਰਨ ਦੇ ਨਾਲ 84 ਦਾ ਚੱਕਰ ਮਿਟ ਜਾਂਦਾ ਹੈ, ਆਵਾਗਮਨ ਦਾ ਲੇਖਾ ਮੁੱਕ ਜਾਂਦਾ ਹੈ। ਉਸ ਪਾਵਨ ਪਵਿੱਤਰ ਤੁਰਕੀ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਜਥੇ ਦੇ ਸਿੰਘਾਂ ਤੋਂ ਬੜੇ ਪ੍ਰੇਮ ਨਾਲ ਇਕਾਗਰ ਚਿਤ ਹੋ ਕਰਕੇ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਸ਼ੁਭ ਦਿਹਾੜਾ ਹੈ ਔਰ ਆਪ ਜੀ ਨੇ ਭੋਗ ਦੇ ਸਮੇਂ ਸ਼੍ਰੀ ਮੁਖਵਾਕ ਸਰਵਣ ਕੀਤੇ ਹਨ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ। ਸੰਤ ਦਾ ਮਾਰਗ, ਸੰਤ ਦਾ ਰਸਤਾ ਕੀ ਹੈ? ਧਰਮ ਦੀ ਪੌੜੀ ਚੜ੍ਹਨਾ। ਪੌੜੀ ਚੜ੍ਹਨ ਲੱਗਿਆਂ ਬਹੁਤ ਇਕਾਗਰਤਾ ਔਰ ਸਾਵਧਾਨੀ ਦੀ ਲੋੜ ਹੁੰਦੀ ਹੈ। ਧਿਆਨ ਉੱਕ ਜਾਏ, ਪਿਆ ਪੈਰ ਕਿਸੇ ਹੋਰ ਥਾਂ ਤੇ ਰੱਖਿਆ ਜਾਏ, ਬੰਦਾ ਪੌੜੀ ਤੋਂ ਡਿੱਗਣ ਲੱਗਿਆ 1 ਸਕਿੰਟ ਵੀ ਨਹੀਂ ਲੱਗਦਾ। ਔਰ ਇਹ ਜਿਹੜਾ ਮਾਰਗ ਧਰਮ ਦਾ ਮਾਰਗ ਹੈ, ਇਹ ਧਰਮ ਦੀ ਪੌੜੀ ਹੈ। ਇਸ ਮਾਰਗ ਦੀ ਜੇ ਵਿਆਖਿਆ ਆਪਾਂ ਕਿਤੋਂ ਤੱਕਣੀ ਹੋਵੇ ਤਾਂ ਵਿਰਲੇ ਉਹਨਾਂ ਗੁਰਸਿੱਖਾਂ ਚੋਂ, ਮਹਾਂਪੁਰਖਾਂ ਚੋਂ, ਸ਼ਹੀਦਾਂ ਚੋਂ ਦੇਖੀ ਜਾ ਸਕਦੀ ਹੈ, ਜਿਨ੍ਹਾਂ ਚੋਂ ਇੱਕ ਦਮਦਮੀ ਟਕਸਾਲ ਦੇ 13ਵੇਂ ਮੁਖੀ ਪੰਥ ਰਤਨ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਨ। ਸਾਧ ਸੰਗਤ ਜੀ, ਦੁਨੀਆ ਦੇ ਪਦਾਰਥਾਂ ਦਾ, ਸੰਸਾਰ ਦਾ, ਸੰਬੰਧੀਆਂ ਦਾ ਔਰ ਮਿੱਤਰਾਂ ਦਾ, ਸੰਗੀ ਸਾਥੀਆਂ ਦਾ ਅਤੇ ਸਰੀਰ ਦਾ, ਦੇਹ ਦਾ ਮੋਹ ਬੜਾ ਪ੍ਰਬਲ ਹੈ। ਇਸ ਤੋਂ ਛੁਟਕਾਰਾ ਪਾਉਣਾ ਬਹੁਤ ਕਠਿਨ ਹੈ। ਮਨੁੱਖ ਨੇ ਇੱਕ ਸਰੀਰ ਉੱਤੇ ਵਸਤਰ ਪਾਇਆ ਹੁੰਦਾ ਹੈ, ਉਸ ਵਸਤਰ ਦਾ ਮੋਹ ਵੀ ਨਹੀਂ ਛੁੱਟਦਾ। ਸੰਸਾਰ ਦਾ, ਸੰਬੰਧੀਆਂ ਦਾ, ਦੇਹ ਦਾ ਮੋਹ ਤਾਂ ਛੁੱਟਣਾ ਬਹੁਤ ਹੀ ਕਠਿਨ ਹੈ।
पर धर्म की खातर अपने शरीर की परवाह ना करनी, ये किसी विरले महापुरख दे विरले उत्तम कोटि के शहीदां दे हिस्से आया है। डॉक्टर कह रहे हैं कि तुहाडा शरीर बड़े आराम नाल बच सकता है, तुहानू कोई दुख तकलीफ भी नहीं होण देंगे, और साडे कोले इलाज भी है। ये नहीं कि इलाज नहीं है, इलाज भी है साडे पास कि बिल्कुल तुहानू ऐन तंदुरुस्त ठीक ठाक करके भेजांगे हॉस्पिटल दे विचों। पर महापुरख की इशारा करते हैं कि मैं सारी जिंदगी सिੱਖੀ केसा ਸਵਾਸਾਂ ਨਿਭਾਉਣ ਦਾ प्रचार ਅਤੇ कथा संगतां नूं ਸਰਵਣ ਕਰਵਾਉਂਦਾ ਰਿਹਾ, और मैं संगतां तो ये इतिहासक धारना भी पढ़ाਉਂਦਾ ਰਿਹਾ। सिर जावे तो जावे मेरा सिੱਖੀ सिदक ना जावे, कि सिर भावें चलिया जाए पर सिੱਖੀ केसा ਸਵਾਸਾਂ संग निभ जाए, इस विच कोई घाट ना आवे, कोई ऊणताई ना आवे। मैं अरदास भी सतगुरु दे चरनां विच करदा रहा। अज समा मेरे ते आया कि जदों तुसी ऑपरेशन करके मेरे शरीर नूं लगियां सट्टां ठीक करोगे तां सुभावक है ना चाहुंदियां होइयां भी रोम कट्टे जाने हैं, रोमां की बेदबी होएगी, तो रोमां की बेदबी हो गई, मैं सिੱਖੀ तो बेमुख हो जावांगा। इसलिए मैनू शरीर की लोड़ नहीं, मैनू सिੱਖੀ की लोड़ है, गुरु की प्रसन्नता गुरु की बख्शिश की लोड़ है। इस करके मैं अपनी देह चंद दिनां नूं भी त्यागनी है, थोड़े समय लिए अपनी देह रखण की खातर सिੱਖੀ सिदक तो डोल जावां तां ये मेरे लिए सब तो वड्डा घाटे का सौदा होएगा। इस करके मैनू ऑपरेशन करवाउणा मंजूर नहीं। साध संगत जी, यही धर्म की पौड़ी है। धर्म की पौड़ी चढ़ना कोई सौखा मार्ग नहीं है, बहुत कठिन मार्ग है। खन्नियों तिखी वालों निकी एत मार्ग जाना, ऐसा एक कठिन मार्ग है। पर उन्हां महापुरखों ने उसे मार्ग ते चल के धर्म की पौड़ी चढ़द्या चढ़द्या धर्म की साधना दे एक एक डंडे दे उत्ते अपना एक एक कदम रखद्या रखद्या होया अज दे दिन उन्होंने अपनी मंजिल अपना टिकाणा वाहिगुरू परमेश्वर दा देश सचखंड नूं जाना कीता सी। इस करके आपां उन्हां महापुरखों की याद विच बैठे हाँ। कबीर सोई मुख धन है जे मुख कहिया राम, देही किसकी बापरी पितर पवित्र होए गो ग्राम। उन्हां महापुरखों का जन्म अस्सू सुदी पंचमी 1932 बिक्रमी संमत विच 1932 ईस्वी सन विच नगर पुराने भूरे कोना विखे, उदों जिला लाहौर सी, अज जिला अमृतसर साहिब है। इस नगर विच गुरु घर दे अते पंथ दे महान सेवक जथेदार बाबा झंडा सिंह जी अते माता लाभ कौर जी दे गृह विखे होया। इस परिवार दे अंदर गुरमत दी गुरसिੱਖੀ दी गुड़ती सुभावक है, क्योंकि जिस धरती ते महापुरखों का जन्म होया वो धरती सूरा सूरबीर योधियां महापुरखों शहीदां दे पवित्र खून नाल पवित्र हुई धरती, और उस इलाके दे विच
ਸਤਿਗੁਰੂ ਸਾਹਿਬਾਨ ਜੀ ਦੇ ਪਾਵਨ ਚਰਨ ਪਏ ਹੋਏ। ਇਹਦਾ ਬਹੁਤ ਵੱਡਾ ਪ੍ਰਭਾਵ ਹੈ ਸਾਧ ਸੰਗਤ ਜੀ। ਇੱਕ ਵਾਰੀ ਕੋਈ ਮਹਾਤਮਾ ਸਨ, ਉਹਨਾਂ ਦੇ ਪਾਸ ਵਿਦੇਸ਼ ਵਿੱਚ ਰਹਿਣ ਵਾਲੇ ਲੋਕ ਆਏ, ਜਿਨ੍ਹਾਂ ਨੂੰ ਆਪਾਂ ਗੋਰੇ ਆਖਦੇ ਹਾਂ। ਉਹਨਾਂ ਦੀ ਪ੍ਰੇਰਨਾ ਨਾਲ ਉਹ ਪਰਮੇਸ਼ਰ ਵਾਹਿਗੁਰੂ ਨਾਲ ਜੁੜੇ ਔਰ ਭਗਤੀ ਮਾਰਗ ਦੀ ਸਾਧਨਾ ਤੇ ਚੱਲਣਾ ਕੀਤਾ ਉਹਨਾਂ ਨੇ। ਤਾਂ ਉਹਨਾਂ ਨੇ ਇੱਕ ਦਿਨ ਬੇਨਤੀ ਕੀਤੀ, ਮਹਾਤਮਾ ਜੀ, ਸਾਡਾ ਮਨ ਨਹੀਂ ਜੁੜਦਾ, ਪਰਮੇਸ਼ਰ ਦੀ ਬੰਦਗੀ ਵਿੱਚ ਮਨ ਇਕਾਗਰ ਨਹੀਂ ਹੁੰਦਾ। ਧਰਮ ਦੀ ਸਾਧਨਾ, ਧਰਮ ਦੀ ਪੌੜੀ ਦੇ ਉੱਤੇ ਅਜੇ ਇੱਕ ਕਦਮ ਵੀ ਨਹੀਂ ਤੁਰਿਆ ਜਾ ਰਿਹਾ। ਕਾਰਨ ਕੀ ਹੈ? ਉਹ ਕਹਿਣ ਲੱਗੇ, ਜਿਹੜੀ ਧਰਤੀ ਤੇ ਤੁਸੀਂ ਪੈਦਾ ਹੋਏ ਹੋ ਨਾ, ਜਿਹੜੀ ਧਰਤੀ ਤੋਂ ਤੁਸੀਂ ਆਏ ਹੋ, ਉਸ ਧਰਤੀ ਦਾ ਵੀ ਤੁਹਾਡੇ ਜੀਵਨ ਵਿੱਚ ਬਹੁਤ ਵੱਡਾ ਅਸਰ ਔਰ ਪ੍ਰਭਾਵ ਹੈ। ਕਿਉਂਕਿ ਉਹ ਧਰਤੀ ਜਿਹੜੀ ਹੈ, ਉਸ ਧਰਤੀ ਤੇ ਕਿਸੇ ਨੇ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਤੇ ਇਸ ਕਰਕੇ ਤੁਹਾਡੇ ਜਿਹੜੇ ਸੰਸਕਾਰ ਹੈ ਨਾ, ਉਹ ਪਦਾਰਥਵਾਦੀ ਹੈ। ਉੱਥੇ ਵਿਦੇਸ਼ਾਂ ਵਿੱਚ ਪਦਾਰਥਾਂ ਦੀ ਬਹੁਲਤਾ ਹੈ, ਪਦਾਰਥਾਂ ਦੀ ਕੋਈ ਕਮੀ ਨਹੀਂ ਹੈ। ਦੁਨਿਆਵੀ ਪਦਾਰਥ ਬੇਅੰਤ ਹਨ, ਪਰ ਉੱਥੇ ਨਾਮ ਜਪਣ ਵਾਲਿਆਂ ਦੀ ਬਹੁਤ ਵੱਡੀ ਘਾਟ ਹੈ। ਕੋਈ ਵਿਰਲੇ ਨਾਮ ਜਪਦੇ ਹਨ। ਇਸ ਕਰਕੇ ਵੀ ਇੱਕ ਅਸਰ ਹੈ, ਇੱਕ ਕਾਰਨ ਹੈ ਕਿ ਜਿਹੜੀ ਧਰਤੀ ਤੇ ਤੁਸੀਂ ਪੈਦਾ ਹੋਏ ਹੋ ਨਾ, ਉਸ ਧਰਤੀ ਦੀ ਅੰਸ਼, ਉਹਦਾ ਪ੍ਰਭਾਵ ਤੁਹਾਡੇ ਹਿਰਦੇ ਵਿੱਚ ਹੋਣ ਕਰਕੇ ਇਹ ਹੌਲੀ ਹੌਲੀ ਤੁਹਾਡੇ ਮਨ ਵਿੱਚੋਂ ਪਦਾਰਥਾਂ ਦੀ ਖਿੱਚ ਘਟੇਗੀ, ਮਨ ਦੀ ਮੈਲ ਦੂਰ ਹੋਏਗੀ। ਬਹੁਤ ਸਾਧਨਾ ਤੁਹਾਨੂੰ ਕਰਨੀ ਪਏਗੀ। ਜੇ ਕਿਸੇ ਦਾ ਚੰਗੀ ਔਰ ਪਵਿੱਤਰ ਤਪੱਸਿਆ ਵਾਲੀ ਧਰਤੀ ਦੇ ਉੱਤੇ ਕਿਸੇ ਪ੍ਰਾਣੀ ਦਾ ਜਨਮ ਹੁੰਦਾ ਹੈ ਔਰ ਉਹਨੂੰ ਵਾਤਾਵਰਣ ਸ਼ੁੱਧ ਪ੍ਰਾਪਤ ਹੁੰਦਾ ਹੈ, ਨੇਕ ਪਵਿੱਤਰ ਉੱਚੇ ਸੁੱਚੇ ਖਿਆਲਾਂ ਵਾਲੇ ਮਾਤਾ ਪਿਤਾ ਪ੍ਰਾਪਤ ਹੁੰਦੇ ਹੈ ਔਰ ਚੰਗੀ ਸੰਗਤ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ ਹੈ, ਵਾਤਾਵਰਣ ਵਿੱਚੋਂ ਸ਼ੁਭ ਗੁਣਾਂ ਦੀ ਲਗਨ ਲੱਗ ਜਾਂਦੀ ਹੈ, ਤਾਂ ਉਹ ਪ੍ਰਾਣੀ ਦਾ ਜਿਹੜਾ ਮਨ ਹੈ ਉਹ ਛੇਤੀ ਵਾਹਿਗੁਰੂ ਦੇ ਨਾਮ ਵਿੱਚ, ਉਹਦੀ ਭਗਤੀ ਵਿੱਚ ਜੁੜਨ ਲੱਗ ਜਾਂਦਾ, ਜੋ ਇਸ ਮਾਰਗ ਤੇ ਚੱਲ ਪਵੇ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ ਹੈ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਿਲ ਸੋਇਨ ਚੌਬਾਰੇ, ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਡਾੜੀ ਜੀਓ। ਹੁਣ ਤੁਸੀਂ ਸੁਭਾਵਿਕ ਵੇਖੋ ਕਿ ਗੁਰੂ ਘਰ ਆ ਕੇ ਤੁਹਾਡਾ ਮਨ ਜਲਦੀ ਟਿਕਦਾ, ਉਹਦਾ ਕਾਰਨ ਕੀ ਹੈ? ਸਤਿਗੁਰੂ ਦੀ ਹਜ਼ੂਰੀ ਹੈ, ਉੱਥੇ ਗੁਰਬਾਣੀ ਦਾ ਨਾਮ ਦਾ ਅਖੰਡ ਪ੍ਰਵਾਹ ਚੱਲਦਾ। ਇਸ ਕਰਕੇ ਮਨ ਉੱਤੇ ਉਸ ਅਸਥਾਨ ਦਾ ਪ੍ਰਭਾਵ ਆਪਣੇ ਆਪ ਤੁਹਾਡਾ ਮਨ ਜਿਹੜਾ ਗ੍ਰਹਿਣ ਕਰਦਾ, ਸਵੀਕਾਰ ਕਰਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ, ਉੱਥੇ ਤੁਹਾਡਾ ਹਿਰਦਾ, ਉੱਥੇ ਤੁਹਾਡਾ ਮਨ ਇੱਕ ਸਕਿੰਟ ਵਿੱਚ ਹੀ ਜੁੜ ਜਾਂਦਾ ਹੈ। ਔਰ ਜਿਹੜੇ ਬੰਦੇ ਇਸ ਮਾਰਗ ਦੇ ਪਾਂਧੀ ਨਹੀਂ ਵੀ ਹਨ, ਉਹਨਾਂ ਦੇ ਮਨ ਨੂੰ ਸ਼ਾਂਤੀ ਜ਼ਰੂਰ ਮਿਲਦੀ ਹੈ। ਉੱਥੋਂ ਦਾ ਪ੍ਰਭਾਵ ਤੁਹਾਡਾ ਮਨ ਆਪਣੇ ਆਪ ਖਿੱਚਦਾ, ਆਪਣੇ ਆਪ ਗ੍ਰਹਿਣ ਕਰਦਾ। ਜਿਵੇਂ ਚੁੰਬਕ ਲੋਹੇ ਨੂੰ ਖਿੱਚਦੀ ਹੈ, ਇਵੇਂ ਤੁਹਾਡੇ ਮਨ ਨੂੰ ਉਹ ਪਰਮਾਰਥ ਦਾ ਜਿਹੜਾ ਪ੍ਰਭਾਵ ਹੈ ਜ਼ਰੂਰ ਪ੍ਰਭਾਵਿਤ ਕਰਦਾ, ਖਿੱਚ ਕੇ ਆਪਣੀ ਤਰਫ ਲਾਉਂਦਾ ਹੈ। ਇਸ ਕਰਕੇ ਸਾਧ ਸੰਗਤ ਜੀ, ਮਹਾਂਪੁਰਖਾਂ ਦਾ ਜਿਸ ਧਰਤੀ ਤੇ ਜਨਮ ਹੋਇਆ, ਉਹ ਧਰਤੀ, ਉਹ ਇਲਾਕਾ ਬਹੁਤ ਹੀ ਪਵਿੱਤਰ ਧਰਤੀ ਸੀ। ਸੂਰਬੀਰ ਯੋਧਿਆਂ ਸ਼ਹੀਦਾਂ ਦੀ ਧਰਤੀ, ਸਤਿਗੁਰੂ ਸਾਹਿਬ ਜੀ ਦੀ ਚਰਨ ਛੋਹ ਨਾਲ ਵਰਵਸਾਈ ਹੋਈ ਪਵਿੱਤਰ ਹੋਈ ਧਰਤੀ ਦੇ ਉੱਤੇ ਉਹਨਾਂ ਦਾ ਜਨਮ ਹੋਇਆ।
ਔਰ ਉਹਨਾਂ ਦੇ ਮਾਤਾ ਪਿਤਾ ਵੀ ਬੜੇ ਪ੍ਰਪੱਕ ਗੁਰਸਿੱਖ ਸਨ। ਜਨਮ ਤੋਂ ਹੀ ਗੁਰਮਤਿ ਦੀ ਗੁਰਸਿੱਖੀ ਦੀ ਗੁੜਤੀ ਉਹਨਾਂ ਨੂੰ ਘਰ ਵਿੱਚੋਂ ਪ੍ਰਾਪਤ ਹੋਈ। ਔਰ ਬਾਬਾ ਝੰਡਾ ਸਿੰਘ ਜੀ ਜੋ ਮਹਾਂਪੁਰਖਾਂ ਦੇ ਪਿਤਾ ਜੀ ਸਨ, ਉਹਨਾਂ ਦੀ ਤੀਬਰ ਇੱਛਾ ਸੀ ਕਿ ਜਿਹੜਾ ਮੇਰੇ ਘਰ ਵਿੱਚ ਇਹ ਪੁੱਤਰ ਪੈਦਾ ਹੋਇਆ ਇਹ ਗੁਰਸਿੱਖੀ ਵਿੱਚ ਵੀ ਪੂਰਾ ਹੋਵੇ, ਗੁਰਬਾਣੀ ਦੇ ਨਾਲ ਵੀ ਜੁੜਿਆ ਹੋਇਆ ਹੋਵੇ, ਔਰ ਦੁਨਿਆਵੀ ਵਿੱਦਿਆ ਪੜ੍ਹ ਕੇ ਵੀ ਕੋਈ ਚੰਗਾ ਮੁਰਾਤਬਾ ਇਹ ਜੀਵਨ ਵਿੱਚ ਪ੍ਰਾਪਤ ਕਰੇ। ਵੈਸੇ ਤਾਂ ਹਰ ਮਾਪਾ ਹੀ ਚਾਹੁੰਦਾ ਕਿ ਮੇਰੀ ਔਲਾਦ, ਮੇਰੀ ਸੰਤਾਨ ਦੁਨੀਆ ਵਿੱਚ ਤਰੱਕੀ ਕਰੇ, ਪਰ ਨੇਕ ਜਿਹੜੇ ਉੱਚੇ ਸੁੱਚੇ ਖਿਆਲਾਂ ਦੇ ਮਾਤਾ ਪਿਤਾ ਹੁੰਦੇ ਹੈ, ਉਹ ਜਿੱਥੇ ਆਪਣੀ ਸੰਤਾਨ ਲਈ ਦੁਨਿਆਵੀ ਸੁੱਖਾਂ ਦੀ ਇੱਛਾ ਵੀ ਕਰਦੇ, ਉੱਥੇ ਆਪਣੀ ਸੰਤਾਨ ਨੂੰ ਧਰਮ ਦੇ ਨਾਲ ਵੀ ਜੋੜ ਕੇ ਰੱਖਣ ਵਿੱਚ ਬਹੁਤ ਵੱਡਾ ਆਪਣਾ ਯੋਗਦਾਨ ਪਾਉਂਦੇ ਹੈ। ਸੋ ਮਹਾਂਪੁਰਖਾਂ ਦੇ ਮਾਤਾ ਪਿਤਾ ਦਾ ਇਹ ਬਹੁਤ ਖਿਆਲ ਸੀ ਤੀਬਰ ਕਿ ਇਹਨਾਂ ਨੂੰ ਹਰ ਪੱਖ ਤੋਂ ਹੀ ਇਹਨਾਂ ਉੱਤੇ ਮਿਹਨਤ ਮਸ਼ੱਕਤ ਕੀਤੀ ਜਾਏ। ਇਸੇ ਕਰਕੇ ਨਗਰ ਦੇ ਗੁਰੂ ਘਰ ਦੇ ਗ੍ਰੰਥੀ ਬਾਬਾ ਬੱਗਾ ਸਿੰਘ ਜੀ ਸਨ, ਉਹਨਾਂ ਪਾਸ ਮਹਾਂਪੁਰਖਾਂ ਦੀ ਸੰਥਿਆ ਲਾਈ ਗਈ ਔਰ ਪਹਿਲਾਂ ਮੁਹਾਰਨੀ ਪੜ੍ਹੀ 35 ਪੜ੍ਹ ਕੇ, ਫਿਰ ਜਪਜੀ ਸਾਹਿਬ 5 ਬਾਣੀਆਂ 5 ਗ੍ਰੰਥੀਆਂ ਮਹਾਂਪੁਰਖਾਂ ਨੇ ਨਿਤਨੇਮ ਦੀ ਉਹਨਾਂ ਬਜ਼ੁਰਗਾਂ ਕੋਲੋਂ ਸੰਥਿਆ ਪ੍ਰਾਪਤ ਕੀਤੀ। ਤੇ ਉਹਨਾਂ ਦਾ ਸਰੀਰ ਬਹੁਤਾ ਬਿਰਧ ਸੀ, ਇਸ ਕਰਕੇ ਕਈ ਵਾਰੀ ਉਹਨਾਂ ਦੇ ਸਰੀਰ ਦੀ ਕਿਰਿਆ ਵੀ ਆਪਣੇ ਹੱਥੀ ਮਹਾਂਪੁਰਖ ਆਪ ਕਰ ਦਿੰਦੇ, ਇਸ਼ਨਾਨ ਵੀ ਕਰਾਉਂਦੇ, ਬਸਤਰ ਵੀ ਧੋ ਦਿੰਦੇ ਤੇ ਸਾਰੇ ਸਰੀਰ ਦੀ ਕਿਰਿਆ ਨੂੰ ਵੀ ਚੰਗੀ ਤਰ੍ਹਾਂ ਆਪ ਸਾਂਭਦੇ ਸਨ। ਕਈ ਵਾਰੀ ਪਿੰਡ ਦੇ ਲੋਕਾਂ ਨੇ ਬਾਬਾ ਝੰਡਾ ਸਿੰਘ ਜੀ ਨੂੰ ਸੁਭਾਵਿਕ ਹੈ ਕਈ ਤਰ੍ਹਾਂ ਦੇ ਤਾਨੇ ਵੀ ਮਾਰ ਦੇਣੇ ਕਿ ਤੇਰਾ ਹੀਰੇ ਵਰਗਾ ਪੁੱਤਰ ਬੱਗਾ ਸਿੰਘ ਦੀ ਗੰਦਗੀ ਚੁੱਕਦਾ, ਤੈਨੂੰ ਇਸ ਗੱਲ ਦਾ ਸੰਕੋਚ ਨਹੀਂ ਮਨ ਵਿੱਚ ਆਉਂਦਾ। ਸਾਧ ਸੰਗਤ ਜੀ, ਕਿਉਂਕਿ ਮਹਾਂਪੁਰਖਾਂ ਦਾ ਜਿਹੜਾ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਬਹੁਤ ਹੀ ਸੁੰਦਰ ਰੂਪ ਸੀ। ਉਹਨਾਂ ਦਾ ਮਸਤਕ ਇਸ ਤਰ੍ਹਾਂ ਦਾ ਸੀ ਜਿਵੇਂ ਚੱਕਰਵਰਤੀ ਬਾਦਸ਼ਾਹ ਦਾ ਮਸਤਕ ਦਗਦਗ ਕਰਦਾ ਨਾ, ਇਸ ਤਰ੍ਹਾਂ ਦਾ ਉਹਨਾਂ ਦਾ ਮਸਤਕ, ਔਰ ਚਿਹਰੇ ਤੇ ਬੜਾ ਵੱਡਾ ਇਲਾਹੀ ਜਲਾਲ ਉਹਨਾਂ ਦੇ ਚਿਹਰੇ ਤੇ ਤੱਕਿਆ, ਬਹੁਤ ਹੀ ਸੁੰਦਰ ਰੂਪ। ਔਰ ਉਹਨਾਂ ਦੀ ਆਵਾਜ਼ ਵਿੱਚ ਇੰਨੀ ਕਸ਼ਿਸ਼ ਜਿਸ ਨੂੰ ਮੈਗਨਾਤੀਸੀ ਸ਼ਕਤੀ ਕਹਿੰਦੇ ਹੈ, ਜਦੋਂ ਉਹ ਕਥਾ ਕਰਦੇ, ਪ੍ਰਚਾਰ ਕਰਦੇ ਤਾਂ ਪ੍ਰਭਾਵਿਤ ਹੋਣ ਤੋਂ ਬਿਨਾਂ ਕੋਈ ਰਹਿ ਨਹੀਂ ਸਕਦਾ ਸੀ। ਇਸ ਕਰਕੇ ਤਾਂ ਉਹਨਾਂ ਨੇ ਕਈ ਵਾਰੀ ਕਹਿਣਾ ਕਿ ਹੀਰੇ ਵਰਗਾ ਤੇਰਾ ਪੁੱਤਰ, ਭਾਵ ਇੰਨਾ ਸੁੰਦਰ ਜਿਵੇਂ ਰਾਜਕੁਮਾਰ ਹੁੰਦੇ ਆ ਇਸ ਤਰ੍ਹਾਂ ਦਾ ਸੁੰਦਰ ਰੂਪ ਹੈ। ਤਾਂ ਸੰਤਾਂ ਨੂੰ ਕਈ ਵਾਰੀ ਬਾਬਾ ਜੀ ਨੇ ਵੀ ਕਹਿ ਦੇਣਾ, ਬਾਬਾ ਝੰਡਾ ਸਿੰਘ ਜੀ ਨੇ, ਕਿ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਹੈ, ਤਾਂ ਮਹਾਂਪੁਰਖਾਂ ਨੇ ਕਹਿਣਾ, ਨਹੀਂ ਪਿਤਾ ਜੀ, ਉਹਨਾਂ ਤੋਂ ਮੈਂ ਗੁਰਬਾਣੀ ਦੀ ਸੰਥਿਆ ਲੈ ਰਿਹਾ, ਉਹ ਮੇਰੇ ਗੁਰਬਾਣੀ ਸੰਥਿਆ ਦੇ ਉਸਤਾਦ ਹੈ। ਜਿਹੜਾ ਉਸਤਾਦ ਹੁੰਦਾ ਨਾ, ਉਹਦਾ ਰੁਤਬਾ ਮਾਤਾ ਪਿਤਾ ਦੇ ਤੁੱਲ ਹੁੰਦਾ, ਬਲਕਿ ਉਸ ਤੋਂ ਵੀ ਸਤਿਕਾਰਯੋਗ ਹੁੰਦਾ। ਉਹਦੀ ਸੇਵਾ ਕਰਨੀ ਮੇਰਾ ਧਰਮ ਹੈ। ਇਹ ਵਾਹਿਗੁਰੂ ਪਰਮੇਸ਼ਰ ਸਾਰੀ ਨੇਤ ਬਣਾ ਰਿਹਾ, ਉਹਨਾਂ ਨੂੰ ਤਿਆਰ ਕਰ ਰਿਹਾ ਪਰਮੇਸ਼ਰ, ਕਿਉਂਕਿ ਉਹਨਾਂ ਨੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਹੱਥੀ ਸੇਵਾ ਕਰਨੀ ਸੀ ਜਥੇ ਵਿੱਚ ਆ ਕੇ। ਇਸ ਲਈ ਇਹ ਸਾਰੀਆਂ ਵਿਧਾਂ ਪਰਮੇਸ਼ਰ ਵੱਲੋਂ ਨਿਯਤੀ ਦੇ ਵਿਧੀ ਵਿਧਾਨ ਅਨੁਸਾਰ ਹੀ ਹੋ ਰਹੀਆਂ ਸੀ। ਔਰ ਆਪ ਜੀ ਨੇ ਜਿੱਥੇ ਗੁਰਬਾਣੀ ਦੀ ਸੰਥਿਆ ਕੀਤੀ, ਉੱਥੇ ਗੁਰਬਾਣੀ ਦੇ ਨਿਤਨੇਮੀ ਵੀ, ਔਰ ਨੇੜੇ ਹੀ ਨਗਰ ਦੇ ਖੇਮਕਰਨ ਕਸਬਾ, ਉੱਥੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਕੁਝ ਸਮਾਂ ਸਕੂਲੀ ਵਿੱਦਿਆ ਪ੍ਰਾਪਤ ਕੀਤੀ 8ਵੀਂ ਤੱਕ। ਔਰ ਉਸ ਤੋਂ ਬਾਅਦ ਭਿੱਖੀ ਪਿੰਡ ਵਿਖੇ ਨੈਸ਼ਨਲ ਖਾਲਸਾ ਹਾਈ ਕਾਲਜ ਸਕੂਲ ਦੇ ਵਿੱਚ ਉਹਨਾਂ ਨੇ 10ਵੀਂ 9ਵੀਂ 10ਵੀਂ ਇਹ 2 ਜਮਾਤਾਂ ਪਾਸ ਕੀਤੀਆਂ।
11ਵੀਂ 12ਵੀਂ ਖਾਲਸਾ ਕਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਆ ਕੇ ਉਹਨਾਂ ਨੇ ਫਿਰ ਉੱਚ ਦਰਜੇ ਦੀ ਵਿੱਦਿਆ ਪ੍ਰਾਪਤ ਕਰਨੀ ਸ਼ੁਰੂ ਕੀਤੀ ਔਰ ਸਨ 48 ਦੇ ਵਿੱਚ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਭਰ ਜਵਾਨੀ ਦੀ ਉਮਰ ਵਿੱਚ। ਔਰ ਉਹਨਾਂ ਨੂੰ ਭਗਤ ਉਜਾਗਰ ਸਿੰਘ ਜੀ ਦੇ ਨਾਲ ਮਹਾਂਪੁਰਖਾਂ ਦੀ ਸੰਸਾਰਕ ਨਾਤੇ ਰਿਸ਼ਤੇਦਾਰੀ ਦੀ ਸਾਂਝ ਸੀ, ਕਿਉਂਕਿ ਭਗਤ ਉਜਾਗਰ ਸਿੰਘ ਜੀ ਮਹਾਂਪੁਰਖਾਂ ਦੀ ਭੂਆ ਦੇ ਪੁੱਤਰ ਸਨ ਤੇ ਭਗਤ ਉਜਾਗਰ ਸਿੰਘ ਜੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਦਸੇ ਵਿੱਚ ਰਹਿ ਕਰਕੇ ਉਹਨਾਂ ਨੇ ਗੁਰਮਤ ਦੀ ਵਿੱਦਿਆ ਪ੍ਰਾਪਤ ਕੀਤੀ ਔਰ ਸੰਗਤ ਕੀਤੀ। ਇਸ ਕਰਕੇ ਉਹਨਾਂ ਦਾ ਵੀ ਗਾਹੇ ਬਗਾਹੇ ਮਿਲਾਪ ਹੁੰਦਾ ਰਹਿਣਾ ਔਰ ਪ੍ਰੇਰਨਾ ਪ੍ਰਾਪਤ ਹੁੰਦੀ ਰਹਿਣੀ, ਜਿਸ ਦੇ ਫਲ ਸਰੂਪ ਮਹਾਂਪੁਰਖਾਂ ਨੇ 5 ਬਾਣੀਆਂ 5 ਗ੍ਰੰਥੀ ਦਾ ਨਿਤਨੇਮ 25 ਜਪਜੀ ਸਾਹਿਬ ਦੇ ਪਾਠ ਤੇ ਮੂਲ ਮੰਤਰ ਇਹ ਰੋਜ਼ਾਨਾ ਉਹਨਾਂ ਦਾ ਨਿਤਨੇਮ ਅਭਿਆਸ ਸੀ। ਜਦੋਂ ਅੰਮ੍ਰਿਤਸਰ ਸਾਹਿਬ ਆਏ ਉਦੋਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉਹਨਾਂ ਨੇ ਉੱਠ ਕੇ ਕਾਲਜ ਦੇ ਵਿੱਚੋਂ ਇਸ਼ਨਾਨ ਕਰਕੇ ਨੰਗੇ ਚਰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਤੇ ਰਸਤੇ ਵਿੱਚ 5 ਬਾਣੀਆਂ 5 ਗ੍ਰੰਥੀ ਦਾ ਨਿਤਨੇਮ ਹਰਿਮੰਦਰ ਸਾਹਿਬ ਤੱਕ ਆਉਂਦਿਆਂ ਕਰ ਲੈਂਦੇ ਸਨ। ਵੱਡੇ ਸੰਤ ਇੱਕ ਵਾਰੀ ਉਹਨਾਂ ਤੋਂ ਗੁਰਬਾਣੀ ਦਾ ਪਾਠ ਸੁਣ ਰਹੇ ਸਨ, ਕਿਉਂਕਿ ਵੱਡੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਤੋਂ ਜ਼ਿਆਦਾਤਰ ਗੁਰਬਾਣੀ ਦਾ ਨਿਤਨੇਮ ਇਹਨਾਂ ਤੋਂ ਹੀ ਸੁਣਦੇ ਸਨ। ਰਸਨਾ ਵਿੱਚ ਬਹੁਤ ਰਸ ਔਰ ਬਹੁਤ ਸ਼ੁੱਧ ਗੁਰਬਾਣੀ ਦਾ ਉਚਾਰਨ ਸੀ ਮਹਾਂਪੁਰਖਾਂ ਦਾ। ਇੱਕ ਦਿਨ ਵੱਡੇ ਮਹਾਂਪੁਰਖਾਂ ਨੇ ਕਿਹਾ ਕਿ ਭਾਈ ਕਰਤਾਰ ਸਿੰਘਾ, ਸੁਖਮਨੀ ਸਾਹਿਬ ਦਾ ਪਾਠ ਤੂੰ ਕਿੰਨਾ ਕੁ ਚਲੰਤ ਸੁਣਾ ਸਕਦਾ, ਸਾਨੂੰ ਛੇਤੀ ਤੋਂ ਛੇਤੀ ਸੁਖਮਨੀ ਸਾਹਿਬ ਦਾ ਪਾਠ ਸੁਣਾ। ਇਹ ਸਾਰੀ ਬਾਣੀ ਉਹਨਾਂ ਦੇ ਜ਼ਬਾਨੀ ਯਾਦ ਸੀ ਸਾਧ ਸੰਗਤ ਜੀ। 5 ਗ੍ਰੰਥੀ ਤੋਂ ਇਲਾਵਾ ਹੋਰ ਵੀ ਬਹੁਤ ਬਾਣੀਆਂ ਉਹਨਾਂ ਦੇ ਜ਼ਬਾਨੀ ਚੇਤੇ ਸਨ। ਤੇ ਮਹਾਂਪੁਰਖ ਸਰਾਣੇ ਵਾਲੇ ਪਾਸੇ ਉੱਚੀ ਥਾਂ ਤੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ, ਬੋਲ ਕੇ 17 ਮਿੰਟਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ ਬੋਲ ਕੇ। ਇਹ ਬਹੁਤ ਕਠਿਨ ਹੈ। ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਮੁਸ਼ਕਿਲ ਨਾਲ 15 16 17 ਮਿੰਟ ਲੱਗ ਜਾਂਦੇ ਆ, ਪਰ ਇੰਨੀ ਰਸਨਾ ਦਾ ਅਭਿਆਸ ਸੀ ਉਹਨਾਂ ਦਾ, ਇੰਨਾ ਗੁਰਬਾਣੀ ਦੀ ਉਹਨਾਂ ਦੀ ਕਮਾਈ ਸੀ। 17 ਮਿੰਟਾਂ 'ਚ ਕਈ ਵਾਰੀ ਸੁਖਮਨੀ ਸਾਹਿਬ ਦਾ ਪਾਠ ਕਰ ਦਿੰਦੇ ਸਨ। ਇੰਨਾ ਨਿਤਨੇਮ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੱਕ ਆਉਂਦਿਆਂ ਕਰ ਲੈਣਾ, ਫਿਰ ਦੁਬਾਰਾ ਸਰੋਵਰ ਵਿੱਚ ਇਸ਼ਨਾਨ ਕਰਨਾ, ਪ੍ਰਕਰਮਾ ਕਰਕੇ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਥੋੜ੍ਹਾ ਸਮਾਂ ਕੀਰਤਨ ਸੁਣਨਾ, ਫਿਰ ਕਾਲਜ ਵਿੱਚ ਕਲਾਸ ਵਿੱਚ ਪਹੁੰਚਣ ਤੋਂ ਪਹਿਲਾਂ 25 ਜਪਜੀ ਸਾਹਿਬ ਦੇ ਪਾਠ ਉਹਨਾਂ ਨੇ ਖਾਲਸਾ ਕਾਲਜ ਵਿੱਚ ਜਾਂਦਿਆਂ ਤੱਕ ਕਰ ਲੈਂਦੇ ਸਨ। ਔਰ ਫਿਰ ਉਹਨਾਂ ਨੇ ਆਪਣੀ ਵਿੱਦਿਆ ਵੀ ਪੜ੍ਹਨੀ। ਇਉਂ ਉਹਨਾਂ ਨੇ, ਜਿਹਨੂੰ ਅੱਜ ਕੱਲ੍ਹ ਆਪਾਂ +2 ਕਹਿੰਦੇ ਹਾਂ, ਉਦੋਂ FA ਦੀ ਪੜ੍ਹਾਈ ਕਹਿੰਦੇ ਸਨ, ਉਸ ਸਮੇਂ ਵਿੱਚ ਉਹਨਾਂ ਨੇ ਇਹ 12 ਜਮਾਤਾਂ FA ਤੱਕ ਪੂਰੀਆਂ ਕੀਤੀਆਂ। ਔਰ ਇਸੇ ਸਮੇਂ ਦੌਰਾਨ ਉਹਨਾਂ ਨੂੰ ਗਾਹੇ ਬਗਾਹੇ ਮਹਾਂਪੁਰਖਾਂ ਦੇ ਦਰਸ਼ਨ ਵੀ ਹੁੰਦੇ ਰਹੇ। ਔਰ ਫਿਰ ਉਹਨਾਂ ਨੂੰ ਪਟਵਾਰ ਦੇ ਮਹਿਕਮੇ ਦੀ ਵੀ 6 ਮਹੀਨੇ ਸ੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਇਹ ਸਰਵਿਸ ਵੀ ਕਰਨੀ ਪਈ। 6 ਮਹੀਨੇ ਪਟਵਾਰੀ ਦੀ ਨੌਕਰੀ ਉਹਨਾਂ ਨੇ ਕੀਤੀ ਹੈ। ਉਸ ਤੋਂ ਬਾਅਦ ਫਿਰ ਉਹਨਾਂ ਦੇ ਮਨ ਵਿੱਚ ਬਹੁਤਾ ਵੈਰਾਗ ਆਇਆ। 1957 ਵਿੱਚ ਫਿਰ ਉਹ ਭਿੰਡਰ ਕਲਾਂ ਵਿਖੇ ਗੁਰਦੁਆਰਾ ਅਖੰਡ ਪ੍ਰਕਾਸ਼ ਮਹਾਂਪੁਰਖਾਂ ਦਾ ਜਥਾ ਗਿਆ ਹੋਇਆ ਸੀ, ਉੱਥੇ ਪਹੁੰਚੇ। ਰਾਗੀ ਭਾਈ ਬਚਿੱਤਰ ਸਿੰਘ ਜੀ ਨੇ ਇੱਕ ਵਾਰੀ ਵੱਡੇ ਸੰਤਾਂ ਨੂੰ ਬੇਨਤੀ ਕੀਤੀ ਸੀ, ਤੁਸੀਂ ਕਈ ਵਾਰੀ ਵੱਡੇ ਸੰਤਾਂ ਦੀ ਕਥਾ ਸੁਣਦੇ ਹੋ ਤਾਂ ਉਹਨਾਂ ਦੀ ਕਥਾ ਨਾਲ ਗੁਰਬਾਣੀ ਦਾ ਪਾਠ ਕਰਨ ਵਾਲੇ ਰਾਗੀ ਭਾਈ ਬਚਿੱਤਰ ਸਿੰਘ ਜੀ ਬੜੀ ਮਧੁਰ ਸਵਰ ਦੇ ਵਿੱਚ ਪਾਠ ਕਰਦੇ ਹੈ।
उस तो बाद फिर महापुरख भी बहुत कई वारी गुरबाणी का गुर इतिहास की कथा का पाठ नाल करते रहे। टेपां विचों रिकॉर्ड है सारा। तो भाई बचित्र सिंह जी ने एक दिन पूछया सी वड्डे संतां नूं कि महापुरखों मेरे मन विच ख्याल तो आउणा नहीं चाहिदा है कि तुहाडी सानूं बहुत वड्डी लोड़ है, तुसीं 150 साल भी शरीर करके 200 साल भी शरीर करके रहो, पर मन च ख्याल आ गया। कहन लगे भाई की ख्याल आया? कहंदे ये ख्याल आया भी तुहाडे तो बाद दमदमी टकसाल दे मुखी दी जिम्मेवारी किहड़ा सिंह सांभेगा? वो किहड़ा सिंह है जथे विच? सानू दस दिओ तां कि साडे मन विच भी उहदे प्रति भावना और सत्कार बन जाए। महापुरुख कहंदे बचित्र सिंह अजे वो सिंह आया नहीं है जिन्हें सेवा संभालनी है। उदों संत अजे जथे विच नहीं गए सन। जदों थोड़े दिन गया नूं होए फिर किते सुभावक फुरना उन्हां दे मन विच उठिया, फिर बेनती करती ते महापुरुख कहंदे भाई वो सिंह हुण जथे विच आ गया जिन्हें टकसाल दी अगे जिम्मेवारी संभालनी है। सो महापुरुख 57 विच जथे विच आए, गुरबाणी की संथ्या की, दसम ग्रंथ की संथ्या की, गुर इतिहास पढ़िया, होर ग्रंथां का अध्ययन किया। और इसे समय दौरान महापुरुख जिन्हां दा हरमंदर साहब नाल अत्यंत स्नेह सी, अपनी जिंद जान समझते सन। कई बारी दूर दरेडे गए हुए नाल दे सिंघां नूं कहना बई सचखंड हरमंदर साहब जाके आइए, दर्शन अते इशनान करके आइए। इउं छेती इशनान करन वास्ते, दर्शन करन वास्ते हरमंदर साहब चले जाया करते सन। आप जी श्री हरमंदर साहब आए, जिथे अठसर घाट अस्थान है, इत्थे सरोवर विच इशनान करके जे बाहर आए सन, अधरंग दा अटैक हो गया महापुरखां नूं। और उस तो बाद सिंघां ने महापुरखां दा शरीर संभालिया, हॉस्पिटल लैके गए, दवा बूटी होई, शरीर को ठीक होया। पर उस समय दौरान फिर वो सेवा बड़ी कठिन सी। वो सेवा इन्हां दो महापुरखां ने, दमदमी टकसाल दे 15वें मुखी महापुरुख संत बाबा ठाकुर सिंह जी खालसा जी ने और महापुरुख संत बाबा करतार सिंह जी खालसा जी ने, वो बड़ी भारी सेवा की है। होर भी सिंह करते रहे, पर महापुरखां दी वो मुख गड़बई की सेवा संत बाबा करतार सिंह जी खालसा जी ने बड़ी तनदेही नाल निभाउणी। और बहुत घट सौना, जे सौना भी महापुरखां दे पलंगे दे थल्ले ही पै जाना कि पता नहीं कदों आवाज़ पै जाए और किते सेवा विच कोई कताई ना रह जाए। सिंह तां कमरियां विच भी जदों जथा विचरदा आसन लाउंदे, वो महापुरखां दे कोल ही सब कुछ अपना जीवन उन्हां नूं ही समर्पित समझदे सन। इस करके वो अपनी कोई बहुती मेर तेर नहीं रखते सन कि मेरा किते कोई आसन लगे मैं वखरा आराम करा। वो महापुरखां दे आसन ते ही अपना समा गुजारते रहे। केवल इशनान अते क्रिया आदि करन जाना, मुड़ के फिर संतां महापुरखां दी हजूरी विच ही आके हाज़री देनी, लगातार 24 घंटे सदा ही कोल रहिंदे सन। दवा बूटी भी देनी, गुरबाणी का नितनेम भी सुनाउणा, प्रशादा भी छकाउणा, होर भी बेअंत सेवावां करनियां। और इन्हां सेवावां तो प्रसन्न होकर ना जिहड़े कई निंदक ते ईरखालू दी बिरती दे लोग है, उन्हां ते बड़ी आश्चर्यता हुंदी है। आखे जी संतां ने दस्तार जिहड़ी संत बाबा करतार सिंह जी नूं दित्ती, आखे संतां ने मंग के लई सी, इच्छा सी आखे उन्हां दी मन विच। ਇਹੋ ਜਿਹੀਆਂ ਗੱਲਾਂ ਨਿੰਦਕ ਬੰਦਾ ਜਿਹੜਾ ਨਾ ਉਹ ਬਹੁਤ ਥੱਲੇ ਡਿੱਗ ਪੈਂਦਾ ਕਈ ਵਾਰੀ।
ਇਹ ਗੱਲ ਨਹੀਂ ਸੀ ਸਾਧ ਸੰਗਤ ਜੀ। ਸੰਤਾਂ ਨੂੰ ਮੁਖੀ ਦੀ ਦਸਤਾਰ ਦੇਣ ਤੋਂ 2 ਵਾਰੀ ਪਹਿਲਾਂ ਮਹਾਂਪੁਰਖਾਂ ਨੇ, ਇੱਕ ਵਾਰੀ ਗੁਰਦੁਆਰਾ ਹਟ ਸਾਹਿਬ ਸੁਲਤਾਨਪੁਰ ਸਾਹਿਬ ਮਹਾਂਪੁਰਖ ਪ੍ਰਕਰਮਾ ਕਰ ਰਹੇ ਸਨ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਬਾਣੀ ਸੁਣਾ ਕੇ ਪ੍ਰਕਰਮਾ ਕਰਾ ਰਹੇ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਕਹਿੰਦੇ ਭਾਈ ਕਰਤਾਰ ਸਿੰਘਾ, ਸਾਡਾ ਹਿਰਦਾ ਬਹੁਤ ਪ੍ਰਸੰਨ ਹੈ, ਅਸੀਂ ਚਾਹੁੰਦੇ ਹਾਂ ਤੈਨੂੰ ਟਕਸਾਲ ਦੀ ਅੱਜ ਸੇਵਾ ਸੌਂਪ ਦਈਏ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਨੇ ਇੱਥੇ ਗਰੀਬਾਂ ਦੀਆਂ ਝੋਲੀਆਂ ਭਰੀਆਂ, ਐਵੇਂ ਤੇਰੀ ਝੋਲੀ ਵਿੱਚ ਇਹ ਸੇਵਾ ਜਿਹੜੀ ਬਹੁਤ ਅਮੋਲਕ ਹੈ ਅਸੀਂ ਪਾ ਦਈਏ। ਸੰਤਾਂ ਨੇ ਉਦੋਂ ਵੀ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਬਹੁਤ ਕਠਿਨ ਸੇਵਾ, ਮੈਂ ਇਹਦੇ ਯੋਗ ਨਹੀਂ, ਇਸ ਕਰਕੇ ਇਹ ਸੇਵਾ ਮੈਂ ਨਹੀਂ ਸਾਂਭਣ ਦੇ ਸਮਰੱਥ ਹਾਂ, ਕਿਰਪਾ ਕਰੋ ਮਹਾਰਾਜ ਮੈਨੂੰ ਤੁਸੀਂ ਆਪਣੇ ਦਰ ਦੀ ਇਸੇ ਤਰ੍ਹਾਂ ਸੇਵਾ ਬਖਸ਼ਿਸ਼ ਕਰਕੇ ਰੱਖੋ, ਇਹ ਬਹੁਤ ਵੱਡੀ ਕਠਿਨ ਸੇਵਾ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਭ ਤੋਂ ਉੱਪਰਲੀ ਛੱਤ ਤੇ ਜਿੱਥੇ ਨਿਸ਼ਾਨ ਸਾਹਿਬ ਲੱਗਾ, ਇੱਥੇ ਸੰਤਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ ਕੇ ਹਟੇ ਤੇ ਸੰਤਾਂ ਨੇ ਕਿਹਾ, ਭਾਈ ਕਰਤਾਰ ਸਿੰਘਾ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਥੇ ਮੇਰੇ ਤੇ ਕਿਰਪਾ ਕੀਤੀ ਸੀ। ਮੈਂ 1.25 ਮਹੀਨਾ ਇਸੇ ਛੱਤ ਤੇ ਬਹਿ ਕੇ ਵੱਡੇ ਸੰਤਾਂ ਦੇ ਸਮੇਂ ਮੂਲ ਮੰਤਰ ਦਾ 1.25 ਲੱਖ ਜਾਪ ਕੀਤਾ ਸੀ ਔਰ ਇੱਥੇ ਮੈਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਹੋਏ ਸਨ। ਇਸ ਕਰਕੇ ਮੇਰੇ ਹਿਰਦੇ ਵਿੱਚੋਂ ਮਾਂ ਆਇਆ ਕਿ ਮੈਂ ਤੈਨੂੰ ਉਹ ਸੇਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਸੰਭਾਲਦੇ ਹਾਂ। ਸੰਤਾਂ ਨੇ ਉਦੋਂ ਵੀ ਹੱਥ ਜੋੜ ਕੇ ਬਹੁਤ ਬੇਨਤੀਆਂ ਕਰਕੇ ਮਹਾਂਪੁਰਖਾਂ ਨੂੰ ਅਰਜ਼ ਕੀਤੀ, ਕਹਿੰਦੇ ਨਹੀਂ ਮਹਾਰਾਜ ਮੈਂ ਇਹ ਸੇਵਾ ਸੰਭਾਲਣ ਦੇ ਯੋਗ ਨਹੀਂ। ਮਹਾਂਪੁਰਖ ਕਹਿੰਦੇ ਚੰਗਾ ਭਾਈ, ਜਦੋਂ ਸਮਾਂ ਆਏਗਾ ਫਿਰ ਤਾਂ ਤੈਨੂੰ ਸਾਂਭਣੀ ਪੈਣੀ ਹੈ। ਤੀਜੀ ਵੇਰੀ ਫਿਰ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ 1967 ਵਿੱਚ ਦਮਦਮੀ ਟਕਸਾਲ ਦੇ ਮੁਖੀ ਦੀ ਆਪਣੇ ਸਰੀਰ ਦੇ ਹੁੰਦਿਆਂ ਹੀ ਸੇਵਾ ਸੌਂਪੀ। ਸੰਤ ਵੀਰ ਸਿੰਘ ਜੀ ਮੱਦੋ ਕੇ ਇੱਕ ਵਾਰੀ ਚੜ੍ਹਾਈ ਕਰ ਗਏ, ਉਹਨਾਂ ਨੇ ਆਪ ਇਹ ਬਚਨ ਸੰਤ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਸੰਤਾਂ ਨੂੰ ਸੁਣਾਇਆ, ਉਹਨਾਂ ਨੇ ਮੈਨੂੰ ਵੀ ਸੁਣਾਇਆ। ਕਹਿੰਦੇ ਇੱਕ ਵਾਰੀ ਗਿਆਨੀ ਵੀਰ ਸਿੰਘ ਜੀ ਕਹਿੰਦੇ ਮੈਨੂੰ ਸੁਪਨੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਦਰਸ਼ਨ ਹੋਏ। ਸੰਤ ਕਹਿੰਦੇ ਭਾਈ ਤੁਸੀਂ ਕੀਤਾ ਤਾਂ ਕੁਝ ਹੋਰ ਹੀ ਹੈ, ਪਰ ਮੈਂ ਭਾਈ ਕਰਤਾਰ ਸਿੰਘ ਦੇ ਵਿੱਚ ਹੀ ਵਰਤੂੰਗਾ, ਮੈਂ ਹੋਰ ਕਿਸੇ 'ਚ ਨਹੀਂ ਵਰਤਣਾ। ਇਹ ਸੰਤਾਂ ਨੇ ਸੰਤ ਵੀਰ ਸਿੰਘ ਮੱਦੋਕਿਆਂ ਨੂੰ ਸੁਪਨੇ ਵਿੱਚ ਬਚਨ ਕੀਤੇ, ਦ੍ਰਿਸ਼ਟਾਂਤ ਦਿੱਤਾ ਕਿ ਮੈਂ ਵਰਤੂੰਗਾ ਉਹਨਾਂ ਵਿੱਚ ਹੀ। ਭਾਵ ਇਹ ਸੇਵਾ ਉਹਨਾਂ ਨੂੰ ਮੈਂ ਦਿੱਤੀ ਹੈ, ਉਹੀ ਇਹ ਸੇਵਾ ਸੰਭਾਲ ਕੇ ਜਥੇਬੰਦੀ ਦੀ ਅੱਗੇ ਸੇਵਾ ਕਰਨਗੇ। ਸੋ ਸਾਧ ਸੰਗਤ ਜੀ, ਇਹ ਐਵੇਂ ਨਹੀਂ, ਉਹਨਾਂ ਨੂੰ ਮਹਾਂਪੁਰਖਾਂ ਨੇ ਅੰਦਰੋਂ ਪ੍ਰਸੰਨ ਹੋ ਕੇ ਔਰ ਇਹ ਸੇਵਾ ਕਲਗੀਧਰ ਪਾਤਸ਼ਾਹ ਵੱਲੋਂ ਲੱਗੀ ਹੋਈ ਬਖਸ਼ਿਸ਼। ਸੰਤ ਕਹਿੰਦੇ ਇੱਕ ਵਾਰੀ ਸ੍ਰੀ ਅਨੰਦਪੁਰ ਸਾਹਿਬ ਗਏ ਵੱਡੇ ਸੰਤ, ਤੇ ਸੰਤ ਬਾਬਾ ਕਰਤਾਰ ਸਿੰਘ ਜੀ ਬਾਣੀ ਸੁਣਾ ਰਹੇ ਸਨ। ਕਿਲ੍ਹਾ ਆਨੰਦਗੜ੍ਹ ਜਦੋਂ ਦਰਸ਼ਨ ਕਰਨ ਗਏ, ਕਹਿੰਦੇ ਭਾਈ ਕਰਤਾਰ ਸਿੰਘਾ ਤੈਨੂੰ ਇੱਕ ਬਚਨ ਦੱਸਦੇ ਆ। ਕਹਿੰਦੇ ਦਾਸ ਦਾ ਸਰੀਰ ਵੀ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਦੋਂ ਹਾਜ਼ਰ ਸੀ ਜਦੋਂ ਇੱਥੇ 6 ਮਹੀਨੇ ਘੇਰਾ ਪਿਆ ਸੀ। ਤੇ ਸੰਤ ਕਹਿੰਦੇ ਮਹਾਰਾਜ ਕਿਰਪਾ ਕਰੋ, ਕਹਿੰਦੇ ਭਾਈ ਤੂੰ ਵੀ ਉਦੋਂ ਮਹਾਰਾਜ ਦੀ ਸੇਵਾ ਦੇ ਵਿੱਚ ਸੇਵਾ ਕਰਦਾ ਸੀ। ਤੇ ਕਹਿੰਦੇ ਆਪਾਂ ਨੂੰ ਇਹ ਸੇਵਾ ਡਿਊਟੀ ਰੂਪ ਵਿੱਚ ਲੱਗੀ ਹੋਈ ਹੈ। ਮਹਾਰਾਜ ਸਾਹਿਬ ਨੇ ਆਪਣੀ ਸਾਜੀ ਟਕਸਾਲ ਦੀ ਸੇਵਾ ਲੈਣੀ ਹੈ, ਆਪਾਂ ਉਹਨਾਂ ਦਾ ਹੁਕਮ ਮੰਨ ਕੇ ਸੇਵਾ ਕਰ ਦੇਣੀ ਹੈ ਜਿੰਨੀ ਮਹਾਰਾਜ ਕਰਾਉਣਗੇ। ਸੋ ਸਾਧ ਸੰਗਤ ਜੀ, ਐਸੇ ਮਹਾਂਪੁਰਖਾਂ ਦੇ ਇਹ ਬੜੇ ਉਹਨਾਂ ਦੇ ਅਨੁਭਵ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾਂ ਕੀ ਸੁਧ। ਇਸ ਕਰਕੇ
ਉਹਨਾਂ ਨੇ ਬੜੀ ਪ੍ਰਸੰਨਤਾ ਦੇ ਨਾਲ ਆਪਣੇ ਸਰੀਰ ਦੇ ਹੁੰਦਿਆਂ ਇਹ ਸਾਰੀ ਸੇਵਾ ਸੰਭਾਲੀ ਔਰ ਲਗਭਗ 67 ਤੋਂ ਲੈ ਕੇ 69 ਸਾਲ ਪੌਣੇ 2 ਸਾਲ ਸੇਵਾ ਸੰਭਾਲ ਕੇ ਰੱਖੀ ਔਰ ਫਿਰ ਇਸ ਸਥਾਨ 'ਤੇ ਸੱਚਖੰਡ ਪਿਆਨਾ ਕੀਤਾ। ਉਹਨਾਂ ਦੇ ਸੱਚਖੰਡ ਪਿਆਨੇ ਤੋਂ ਬਾਅਦ ਫਿਰ ਮੈਂ ਦੂਸਰੇ ਪਾਸੇ ਨਹੀਂ ਜਾਣਾ ਚਾਹੁੰਦਾ। ਉਹ ਮਹਾਂਪੁਰਖ ਫਿਰ ਜਥੇ ਦੇ ਸਿੰਘਾਂ ਨੂੰ ਇੱਥੇ ਲੈ ਕੇ ਨਾਲ ਆਏ। ਸਾਧ ਸੰਗਤ ਜੀ, ਉਹ ਬੜਾ ਵਿਖਮ ਸਮਾਂ ਸੀ ਜਦੋਂ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਉਹ ਬਚਨ ਤੁਸੀਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦੀਆਂ ਕੈਸਟਾਂ ਤੋਂ ਵੀ ਸੁਣੇ ਆ ਵੀ ਕਿੰਨਾ ਮਹਾਂਪੁਰਖਾਂ ਨਾਲ ਉਦੋਂ ਧੱਕਾ ਕੀਤਾ ਗਿਆ, ਜੋਰਾ ਜਬਰੀ ਉਦੋਂ ਦੀਆਂ ਹਕੂਮਤਾਂ ਨੇ ਵੀ, ਉਦੋਂ ਦੀਆਂ ਵੱਡੇ ਵੱਡੇ ਜਥੇਦਾਰਾਂ ਨੇ ਵੀ ਕਿ ਮਹਾਂਪੁਰਖਾਂ ਨੂੰ ਕਿ ਭਿੰਡਰੀ ਨਹੀਂ ਰਹਿਣ ਦੇਣਾ। ਹਾਲਾਂਕਿ ਸੰਤ ਆਪਣੇ ਸਰੀਰ ਦੇ ਹੁੰਦਿਆਂ ਬਚਨ ਕਰਕੇ ਗਏ। ਜਦੋਂ ਉਹਨਾਂ ਨੇ ਦਸਤਾਰ ਦਿੱਤੀ, ਕਹਿੰਦੇ ਭਾਈ ਜੇ ਕਿਤੇ ਇਹ ਟੇਪ ਦੇ ਵਿੱਚ ਬਚਨ ਭਰੇ ਹੋਏ ਹੈ, ਜੇ ਕਿਤੇ ਬਾਹਰ ਕੋਈ ਪ੍ਰੋਗਰਾਮ ਨਾ ਬਣੇ ਤਾਂ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਦੀ ਇਸ ਵਕਤ ਸੇਵਾਦਾਰੀ ਦੇ ਤੌਰ 'ਤੇ ਸੇਵਾ ਭਾਈ ਚੰਨਣ ਸਿੰਘ ਕਰਦਾ। ਸੰਤ ਦਾਦੇ ਉਹਨਾਂ ਦਾ ਪਿੰਡ ਸੇਖਾ ਸੀ। ਜੇ ਉਹ ਸੇਵਾ 'ਚ ਕੋਈ ਢਿਲਾਈ ਤੇ ਆਲਸ ਕਰੇ ਤਾਂ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਦੀ ਵੀ ਜ਼ਿੰਮੇਵਾਰੀ ਭਾਈ ਕਰਤਾਰ ਸਿੰਘ ਦੀ ਹੈ। ਇਹੀ ਉੱਥੋਂ ਦਾ ਪ੍ਰਬੰਧ ਸੰਭਾਲੇਗਾ, ਉੱਥੇ ਜਥਾ ਰੱਖ ਕੇ ਸੇਵਾ ਕਰੇ। ਪਰ ਮਹਾਂਪੁਰਖਾਂ ਦਾ ਤਿਆਗ, ਵੈਰਾਗ, ਪ੍ਰਵਾਹ ਨਹੀਂ ਕੀਤੀ ਸਾਧ ਸੰਗਤ ਜੀ, ਰੰਚਕ ਮਾਤਰ ਵੀ। ਸਿੰਘਾਂ ਨੂੰ ਨਾਲ ਲੈ ਕੇ ਸੰਤ ਬਾਬਾ ਤਾਰਾ ਸਿੰਘ ਜੀ ਸਰਾਲੀ ਸਾਹਿਬ ਵਾਲਿਆਂ ਨੇ ਪ੍ਰੋਗਰਾਮ ਜਲ ਪਾਣੀ ਦਾ ਬਣਾਇਆ ਹੋਇਆ ਸੀ। ਬੜਾ ਉਹਨਾਂ ਨੇ ਪ੍ਰੇਮ ਕੀਤਾ ਔਰ ਉਹਨਾਂ ਦੇ ਪਾਸ ਉਸ ਸਮੇਂ 1050 ਰੁਪਏ ਸਨ ਤੇ ਉਹਨਾਂ ਨੇ ਫਿਰ ਬਾਬਾ ਘੋਲਾ ਸਿੰਘ ਜੀ ਸੇਵਾਦਾਰ ਸਨ, ਕਹਿਣ ਲੱਗੇ ਘੋਲਾ ਸਿਆਂ 1000 ਰੁਪਇਆ ਲਿਆ ਕੇ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਭੇਟਾ ਕਰ ਦੇ, ਇਹ ਜਥੇ ਦੇ ਸਿੰਘਾਂ ਨੂੰ ਪੋਥੀਆਂ ਲੈ ਕੇ ਦੇਣਗੇ, ਅੱਗੇ ਪ੍ਰਚਾਰ ਦਾ ਕੰਮ ਚੱਲੇਗਾ। ਆਪਾਂ ਕੁਝ ਨਾ ਕੁਝ ਯੋਗਦਾਨ ਸੇਵਾ ਦੇ ਵਿੱਚ ਪਾਈਏ। ਔਰ ਜਥੇਦਾਰ ਬਾਬਾ ਸੋਹਣ ਸਿੰਘ ਜੀ ਸੁਰ ਸਿੰਘ ਵਾਲਿਆਂ ਨੇ ਵੀ ਮਹਾਂਪੁਰਖਾਂ ਦਾ ਬਹੁਤ ਵੱਡਾ ਸਹਿਯੋਗ ਦਿੱਤਾ। ਸੋ ਇੱਥੇ ਆਏ, ਇਹ ਨਗਰ ਦੀ ਸੰਗਤ ਧੰਨਤਾ ਦੇ ਯੋਗ ਹੈ, ਇਲਾਕੇ ਦੀ ਸੰਗਤ ਧੰਨਤਾ ਦੇ ਯੋਗ ਹੈ। ਕਿੰਨੇ ਚਾਅ ਨਾਲ ਇਹਨਾਂ ਨੇ ਮਹਾਂਪੁਰਖਾਂ ਦਾ ਉਸ ਸਮੇਂ ਵਿੱਚ, ਬੜਾ ਔਖਾ, ਜਦੋਂ ਅੱਜ ਤੋਂ ਸਾਧ ਸੰਗਤ ਜੀ ਲਗਭਗ 51 ਸਾਲ ਪਿੱਛੇ ਜਾਓ ਤਾਂ ਇੱਥੇ ਕੀ ਸੀ? ਇੱਥੇ ਇੱਕ ਭਾਰੀ ਵੱਡਾ ਛੱਪੜ ਸੀ ਔਰ ਉਹਦੇ ਕੰਢੇ ਇਰਦ ਗਿਰਦ ਮਕਾਨ ਸਨ। ਮਕਾਨ ਵੀ ਬਹੁਤੇ ਕੱਚੇ, ਕੋਈ ਬਾਬੇ ਭਾਨ ਸਿੰਘ ਦਾ ਪੱਕਾ ਮਕਾਨ ਸੀ। ਤੇ ਮਹਾਂਪੁਰਖ ਇਸ ਨਗਰ ਵਿੱਚ ਆਏ, ਸਾਰੇ ਨਗਰ ਨੇ ਅੱਖਾਂ ਦੀਆਂ ਪਲਕਾਂ ਵਿਛਾ ਕੇ ਮਹਾਂਪੁਰਖਾਂ ਦਾ ਜਥੇ ਦਾ ਸਵਾਗਤ ਕੀਤਾ ਔਰ ਇਹ ਸਾਰੀ ਜਗ੍ਹਾ ਮਹਾਂਪੁਰਖਾਂ ਦੇ ਸਪੁਰਦ ਕੀਤੀ, ਭੇਟਾ ਕੀਤੀ ਔਰ ਜਥੇ ਨੂੰ ਲਗਭਗ 6 ਮਹੀਨੇ ਆਪਣੇ ਪਿੰਡ ਵਿੱਚ ਘਰਾਂ ਵਿੱਚ ਸਿੰਘਾਂ ਨੂੰ ਰੱਖਿਆ ਔਰ ਮਹਾਂਪੁਰਖਾਂ ਨੇ ਇਸ ਸਥਾਨ ਦੀ ਸੇਵਾ ਪ੍ਰਾਰੰਭ ਕਰਵਾਈ। ਬੜੀ ਵੱਡੀ ਘਾਲਣਾ ਜਿਹੜਾ ਕੁਝ ਇਸ ਦਮਦਮੀ ਟਕਸਾਲ ਦੇ ਹੈੱਡਕੁਆਟਰ 'ਤੇ ਅੱਜ ਆਪਾਂ ਆਪਣੀਆਂ ਅੱਖਾਂ ਨਾਲ ਵੇਖ ਰਹੇ ਹਾਂ, ਇਹ ਸਾਰਾ ਪਰਉਪਕਾਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਸਾਡੇ ਉੱਤੇ। ਜੇ ਉਹ ਦਮਦਮੀ ਟਕਸਾਲ ਦਾ ਇੱਥੇ ਹੈੱਡਕੁਆਟਰ ਨਾ ਸਥਾਪਿਤ ਕਰਦੇ ਤਾਂ ਅੱਜ ਮਹਿਤਾ ਨਗਰ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਨਾ ਹੁੰਦਾ, ਵਿਸ਼ਵ ਵਿੱਚ ਨਾ ਜਾਣਿਆ ਜਾਂਦਾ। ਬਹੁਤ ਵੱਡੀ ਘਾਲਣਾ ਸਾਧ ਸੰਗਤ ਜੀ। ਔਰ ਜਥੇ ਦੇ ਵਿੱਚ ਉਸ ਸਮੇਂ ਦੇ ਰਹਿਣ ਵਾਲੇ ਸਿੰਘਾਂ ਦਾ ਤਿਆਗ ਵਿਰਾਗ ਵੀ ਬਾ ਕਮਾਲ ਹੈ। ਕਿੰਨੀਆਂ ਘਾਲਣਾ ਘਾਲੀਆਂ, ਨਾਲੇ ਸਿਰਾਂ 'ਤੇ ਟੋਕਰੀਆਂ ਢੋਣੀਆਂ, ਨਾਲੇ ਅਖੰਡ ਪਾਠਾਂ ਦੀਆਂ ਰੌਲਾਂ ਲਾਉਣੀਆਂ। ਤੇ ਜਿਹੜੀ ਅਖੰਡ ਪਾਠਾਂ ਦੀ ਮਾਇਆ ਹੋਣੀ ਉਹ ਮਹਾਂਪੁਰਖਾਂ ਦੇ ਪਾਸ ਲਿਆ ਕੇ ਸੰਤਾਂ ਨੂੰ ਦੇ ਦੇਣੀ, ਕਹਿਣਾ ਮਹਾਰਾਜ ਇਸ ਸਥਾਨ ਦੀ ਸੇਵਾ ਵਿੱਚ ਲਾਓ। ਮਹਾਂਪੁਰਖ ਕਈ ਵਾਰੀ ਬਚਨ ਕਰਦੇ ਸਨ ਕਿ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਨਾ, ਇਹਦੇ ਵਿੱਚ 80% ਜਥੇ ਦੇ ਸਿੰਘਾਂ ਦੀ ਕਮਾਈ ਦੀ ਮਾਇਆ ਲੱਗੀ ਹੈ।
80%। 20% ਸੰਗਤ ਨੇ ਸੇਵਾ ਕੀਤੀ। ਉਹਦੇ ਵਿੱਚ ਵੀ ਬੰਬੇ ਦੀ ਸੰਗਤ ਦਾ ਬਹੁਤ ਯੋਗਦਾਨ ਹੈ, ਫਿਰ ਇਲਾਕੇ ਦੀ ਸੰਗਤ ਦਾ। ਉਦੋਂ ਸਾਧ ਸੰਗਤ ਜੀ ਬੜੇ ਥੋੜ੍ਹੇ ਮਾਇਆ, ਉਦੋਂ ਮਾਇਆ ਦੇ ਬਹੁਤੇ ਸਾਧਨ ਨਹੀਂ ਸਨ। ਜੇ ਕਿਸੇ ਨੇ 5 ਰੁਪਏ 10 ਰੁਪਏ 2 ਰੁਪਏ ਭੇਟਾ ਕਰਨੇ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ। 100 500 ਤਾਂ ਬਹੁਤ ਵੱਡੀ ਗੱਲ ਹੁੰਦੀ ਸੀ। ਉਦੋਂ ਸਸਤੇ ਸਮੇਂ ਸਨ, 100 ਰੁਪਏ ਦਾ ਬਹੁਤ ਸਮਾਨ ਆ ਜਾਂਦਾ ਸੀ। ਇਸ ਕਰਕੇ ਮਹਾਂਪੁਰਖਾਂ ਨੇ ਦਿਨ ਰਾਤ, ਇਹਨਾਂ 3 ਮਹਾਂਪੁਰਖਾਂ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ, ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਨੇ, ਇਹਨਾਂ ਨੇ ਮਹਾਂਪੁਰਖਾਂ ਦੇ ਨਾਲ ਰਹਿ ਕੇ ਬਹੁਤ ਵੱਡੀ ਇਸ ਸਥਾਨ ਦੀ ਸੇਵਾ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਟੋਕਰੀ ਰਾਤ ਦਿਨ ਢੋਈ। ਸ਼ਹੀਦਾਂ ਵਿੱਚੋਂ ਜਥੇਦਾਰ ਬਾਬਾ ਠਾਰਾ ਸਿੰਘ ਜੀ, ਸ਼ਹੀਦ ਭਾਈ ਰਣਵੀਰ ਸਿੰਘ ਜੀ ਫੌਜੀ, ਜੋ 13 ਸਿੰਘਾਂ ਦੇ 1978 ਦੇ ਸਾਕੇ ਵਿੱਚ ਸ਼ਹੀਦ ਹੋਏ। ਇਸੇ ਤਰ੍ਹਾਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਮਹਾਂਪੁਰਖਾਂ ਦੇ ਸੁਪੁੱਤਰ, ਤੇ ਹਰਿਮੰਦਰ ਸਾਹਿਬ ਦੇ 84 ਦੇ ਘੱਲੂ ਘਾਰੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਨੇ ਇਸ ਅਸਥਾਨ ਦੀ ਸੇਵਾ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ। ਸੋ ਇਹ ਬੜਾ ਕਠਿਨ ਕਾਰਜ ਸੀ ਸਾਧ ਸੰਗਤ। ਇਹ ਸਾਰਾ ਗੁਰਦੁਆਰਾ ਸਾਹਿਬ ਲੰਗਰ ਅਤੇ ਵਿਦਿਆਲਾ ਤੀਮਾਰ ਕਰਾਇਆ, ਭਾਵ ਤਿਆਰ ਕੀਤਾ, ਸਾਰੀਆਂ ਬਿਲਡਿੰਗਾਂ ਬਣਾਈਆਂ, ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਐਮਰਜੈਂਸੀ ਲੱਗੀ ਹੋਈ, ਸਾਰੇ ਅਕਾਲੀ ਲੀਡਰ ਜੇਲ੍ਹਾਂ ਵਿੱਚ ਨਜ਼ਰਬੰਦ, ਕੋਈ ਅਗਵਾਈ ਕਰਨ ਵਾਲਾ, ਕੋਈ ਉਹਨਾਂ ਨੂੰ ਛਡਾਉਣ ਵਾਲਾ ਨਹੀਂ ਸੀ। ਇੰਦਰਾ ਗਾਂਧੀ ਦੀ ਇਹ ਸਾਜ਼ਿਸ਼ ਸੀ ਕਿ ਇਹਨਾਂ ਲੀਡਰਾਂ ਨੂੰ, ਅਕਾਲੀਆਂ ਨੂੰ ਅੰਦਰ ਹੀ ਜੇਲ੍ਹਾਂ ਦੇ ਵਿੱਚ ਹੀ ਸਾੜ ਦੇਣਾ, ਮਾਰ ਦੇਣਾ, ਇਹਨਾਂ ਨੂੰ ਬਾਹਰ ਨਿਕਲ ਨਹੀਂ ਦੇਣਾ। ਲੰਮੀਆਂ ਲੰਮੀਆਂ ਕੈਦਾਂ ਨਾਲ ਆਪੇ ਹੀ ਮਰ ਜਾਣਾ ਸੀ ਵਿਚਾਰਿਆਂ ਨੇ। ਅੱਜ ਭਾਵੇਂ ਕਿਰਤ ਘਣ ਬਣ ਗਏ ਆ ਉਸ ਸਮੇਂ ਦੇ ਲੀਡਰ, ਪਰ ਇਹ ਪਰਉਪਕਾਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਪਿੰਡ ਪਿੰਡ ਜਾ ਕੇ ਨਗਰ ਕੀਰਤਨ ਜਲੂਸਾਂ ਦੀ ਤਿਆਰੀ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨਾਂ ਦੇ ਵੱਡੇ ਵੱਡੇ ਲੱਖਾਂ ਦੀ ਸੰਗਤ ਦੇ ਕਾਫਲੇ ਸਾਰੇ ਪੰਜਾਬ ਵਿੱਚ, ਹਿੰਦੁਸਤਾਨ ਵਿੱਚ ਕੱਢੇ, ਔਰ ਨਾਲ ਗੁਰਮਤਿ ਦੇ ਪ੍ਰਚਾਰ ਵਿੱਚ ਗੱਜ ਕੇ ਗੱਲ ਕਹਿਣੀ, ਖਾਲਸਾ ਜੀ ਪੰਥ ਦੇ ਲੀਡਰ ਅੱਜ ਜੇਲ੍ਹਾਂ ਦੇ ਵਿੱਚ ਸਰਕਾਰ ਦੇ ਜ਼ੁਲਮ ਦਾ, ਜ਼ਬਰ ਦਾ ਸ਼ਿਕਾਰ, ਜੇਲ੍ਹਾਂ ਵਿੱਚ ਨਜ਼ਰਬੰਦ ਹੈ। ਸਾਰੀ ਕੌਮ ਉੱਠੋ, ਆਪਾਂ ਆਪਣੇ ਕੌਮ ਦੇ ਆਗੂਆਂ ਨੂੰ ਰਿਹਾ ਕਰਾਈਏ। ਨਾਲ ਸਿੱਖੀ ਦਾ ਪ੍ਰਚਾਰ ਕਰਨਾ, ਨਾਲੇ ਇਹਨਾਂ ਨੂੰ ਰਿਹਾ ਕਰਾਉਣ ਲਈ ਆਵਾਜ਼ ਬੁਲੰਦ ਕਰਨੀ। ਫਿਰ ਐਮਰਜੈਂਸੀ ਵਿੱਚ, ਔਰ ਕੌਣ ਹੁਕਮਰਾਨ ਸੀ? ਜ਼ਾਲਮ ਇੰਦਰਾ ਗਾਂਧੀ ਉਸ ਸਮੇਂ ਦੀ ਹੁਕਮਰਾਨ ਸੀ, ਜਿਹਨੇ ਐਡੀ ਵੱਡੀ ਐਮਰਜੈਂਸੀ ਲਾਈ ਸੀ। ਹਿੰਦੁਸਤਾਨ 'ਚ 4 ਬੰਦੇ ਕਿਤੇ ਇਕੱਠੇ ਨਹੀਂ ਹੋ ਸਕਦੇ ਸਨ, ਕੋਈ ਸਰਕਾਰ ਦੇ ਖਿਲਾਫ ਮੀਟਿੰਗ ਨਹੀਂ ਕਰ ਸਕਦੇ ਸਨ। ਜੇ ਪਤਾ ਲੱਗ ਜਾਂਦਾ ਚੁੱਕ ਕੇ ਅੰਦਰ ਦੇ ਦਿੰਦੇ ਸਨ। ਪਰ ਉਹ ਸੰਤਾਂ ਦੀ ਨਿਰਭੈਤਾ ਕਮਾਈ, ਉਹਨਾਂ ਨੇ ਕਿੱਡੀ ਵੱਡੀ ਘਾਲਣਾ ਘਾਲੀ, ਤੇ ਇਹਨਾਂ ਲੀਡਰਾਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਵੀ ਕਰਵਾਇਆ, ਔਰ ਨਾਲ ਨਾਲ ਸਿੱਖੀ ਦੇ ਪ੍ਰਚਾਰ ਦੀ ਲਹਿਰ ਵੀ ਚਲਾਈ, ਨਕਲੀ ਨਰਕਧਾਰੀਆਂ ਨੂੰ ਨੱਥ ਵੀ ਪਾਈ। ਉਹ ਮਹਾਂਪੁਰਖਾਂ ਦੇ ਗੁਣ ਸਾਧ ਸੰਗਤ ਜੀ, ਇੱਕ ਰਸਨਾ ਕੀ ਆਪਾਂ ਸਾਰੇ ਵੀ ਉਹਨਾਂ ਦੇ ਗੁਣ, ਉਹਨਾਂ ਦੇ ਪਰਉਪਕਾਰ ਬਿਆਨ ਕਰਨ ਲੱਗੀਏ ਤਾਂ ਉਹਨਾਂ ਦੇ ਗੁਣਾਂ ਦਾ ਅੰਤ ਨਹੀਂ ਆਪਾਂ ਪਾ ਸਕਦੇ। ਬਹੁਤ ਵੱਡਾ ਉਹਨਾਂ ਦਾ ਪਰਉਪਕਾਰ ਹੈ, ਬਹੁਤ ਵੱਡੀ ਦੇਣ ਹੈ। ਕੋਈ ਸੰਪੂਰਨ ਮਹਾਂਪੁਰਖੀ ਐਡੀ ਵੱਡੀ ਸੇਵਾ ਕਰ ਸਕਦਾ ਕਿ ਨਾਲ ਨਾਲ ਜਥੇ ਦੇ ਸਿੰਘਾਂ ਨੂੰ ਵਿੱਦਿਆ ਵੀ ਪੜ੍ਹਾਈ ਜਾਣੀ, ਔਰ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਈ ਜਾਣਾ, ਹਜ਼ਾਰਾਂ ਪ੍ਰਾਣੀਆਂ ਦੇ ਨਸ਼ੇ ਵੀ ਛਡਾਈ ਜਾਣੇ, ਤੇ ਪੰਥ ਦੀ ਸੇਵਾ ਵੀ ਕਰੀ ਜਾਣੀ, ਤੇ ਟਕਸਾਲ ਦਾ ਹੈੱਡਕੁਆਟਰ ਵੀ ਨਾਲ ਨਾਲ ਗੁਰੂ ਘਰ ਦੀ ਸੇਵਾ। ਕੱਲਾ ਇਹ ਨਹੀਂ, ਰਾਮ ਥੰਮਣ ਨਗਰ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਦੀ, ਕਾਲਮਾ ਨਗਰ ਵਿੱਚ ਗੁਰਦੁਆਰਾ ਸਾਹਿਬ ਦੀ, ਇਉਂ ਗੁਰੂ ਘਰਾਂ ਦੀਆਂ ਹੋਰ ਵੀ ਸੇਵਾਵਾਂ ਉਹਨਾਂ ਮਹਾਂਪੁਰਖਾਂ ਨੇ ਕੀਤੀਆਂ ਅਤੇ ਕਰਵਾਈਆਂ। ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਨੇ ਜਥੇ ਵਿੱਚ ਬਹੁਤ ਵਿਦਵਾਨ ਸਿੰਘ ਤਿਆਰ ਕੀਤੇ, ਜਿਹੜੇ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨਾਂ ਦੇ ਤੌਰ 'ਤੇ ਸੇਵਾ ਕਰ ਰਹੇ ਹੈ, ਔਰ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ, ਤਖਤਾਂ ਦੇ ਜਥੇਦਾਰਾਂ ਦੇ ਰੂਪ ਦੇ ਵਿੱਚ ਵੀ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ। ਇਹ ਉਹਨਾਂ ਮਹਾਂਪੁਰਖਾਂ ਦਾ ਬਹੁਤ ਵੱਡਾ ਪਰਉਪਕਾਰ, ਬਹੁਤ ਵੱਡੀ ਘਾਲਣਾ।
ਔਰ ਨਿਰਭੈਤਾ ਦੀ ਉਹਨਾਂ ਦੀ ਮਿਸਾਲ ਜਦੋਂ 1975 ਦੇ ਵਿੱਚ 22 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸੀਸ ਮਾਰਗ ਜਲੂਸ ਚੱਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ 9ਵੇਂ ਪਾਤਸ਼ਾਹ ਜੀ ਦੀ ਸ਼ਤਾਬਦੀ ਮਨਾਉਣੀ ਸੀ। ਦਿੱਲੀ ਤੱਕ ਜਾਂਦਿਆਂ 22 ਲੱਖ ਦਾ ਇਕੱਠ ਸੀ ਇਸ ਨਗਰ ਕੀਰਤਨ ਜਲੂਸ ਵਿੱਚ। ਰਾਮਲੀਲਾ ਗਰਾਊਂਡ ਵਿੱਚ ਇੰਦਰਾ ਗਾਂਧੀ ਆਈ। ਨਿਰਭੈਤਾ ਦੇ ਬਚਨ ਜੋ ਕਹੇ ਉਹ ਤੁਸੀਂ ਕਈ ਵਾਰੀ ਸੁਣੇ ਹੈ। ਔਰ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਇਹ ਇਤਿਹਾਸਕ ਪੰਕਤੀਆਂ ਦੇ ਨਾਅਰਿਆਂ ਨਾਲ ਸੰਗਤਾਂ ਨੂੰ ਸਿੱਖੀ ਦੀ ਸਪਿਰਿਟ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਭਰ ਦੇਣੀ, ਇਹ ਉਹਨਾਂ ਮਹਾਂਪੁਰਖਾਂ ਦੀ ਮਹਾਨ ਘਾਲਣਾ ਔਰ ਕੁਰਬਾਨੀ ਹੈ। ਔਰ ਸਾਧ ਸੰਗਤ ਜੀ ਅਖੀਰਲੇ ਸਮੇਂ 'ਤੇ ਉਹਨਾਂ ਨੇ ਆਪਣੇ ਸਰੀਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਅੱਜ ਦੇ ਦਿਨ ਮਿਸ ਬਰਾਊਨ ਹੌਸਪੀਟਲ ਲੁਧਿਆਣੇ ਵਿਖੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਇਉਂ ਸੱਚਖੰਡ ਪਿਆਨਾ ਉਹਨਾਂ ਮਹਾਂਪੁਰਖਾਂ ਨੇ ਕੀਤਾ। ਕਿਉਂਕਿ ਸਮਾਂ ਬਹੁਤ ਸੰਕੋਚਵਾਂ ਹੈ, ਮੈਂ ਬਹੁਤਾ ਸਮਾਂ ਨਾ ਲਵਾਂ। ਉਹਨਾਂ ਮਹਾਂਪੁਰਖਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਅਤੇ ਘਾਲਣਾ ਹਨ, ਬਹੁਤ ਵੱਡੇ ਪਰਉਪਕਾਰ ਹਨ, ਜਿਨ੍ਹਾਂ ਦੀ ਇਹ ਮਹਾਨ ਸੇਵਾ ਨੂੰ ਆਪਾਂ ਸਦਾ ਹੀ ਉਹਨਾਂ ਦੀ ਸੇਵਾ ਵਰਣਨ ਕਰੀ ਜਾਈਏ ਤਾਂ ਵੀ ਜਿਵੇਂ ਸਮੁੰਦਰ ਦਾ ਅੰਤ ਨਹੀਂ, ਇਵੇਂ ਮਹਾਂਪੁਰਖਾਂ ਦੀ ਕਰਨੀ ਦਾ, ਉਹਨਾਂ ਦੇ ਪ੍ਰਤਾਪ ਦਾ ਅੰਤ ਨਹੀਂ ਹੁੰਦਾ। ਸੋ ਉਹਨਾਂ ਮਹਾਂਪੁਰਖਾਂ ਤੋਂ ਬਾਅਦ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜੋ 4 ਕੁੰਟਾਂ ਦੇ ਵਿੱਚ ਨਿਸ਼ਾਨ ਖਾਲਸੇ ਦੇ ਝੁਲਾਏ, ਦਮਦਮੀ ਟਕਸਾਲ ਦਾ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਜਸ ਫੈਲਾਇਆ, ਕੌਮ ਅਤੇ ਪੰਥ ਲਈ ਜੋ ਘਾਲਣਾ ਅਤੇ ਕੁਰਬਾਨੀ ਦਿੱਤੀ ਹੈ ਉਹ 20ਵੀਂ ਸਦੀ ਦੇ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਹੈ। ਬਲਕਿ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚਖੰਡ ਪਿਆਨੇ ਤੋਂ ਬਾਅਦ ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਜੇ ਸਿੱਖ ਪੰਥ ਦੀ ਕੋਈ ਇੰਨੀ ਵੱਡੀ ਸਤਿਕਾਰ ਦੀ ਪਾਤਰ ਸ਼ਖਸੀਅਤ ਹੈ ਤਾਂ ਕੇਵਲ ਇੱਕ ਸ਼ਖਸੀਅਤ ਹੈ, ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਸੋ ਉਹਨਾਂ ਮਹਾਂਪੁਰਖਾਂ ਤੋਂ ਬਾਅਦ ਦਮਦਮੀ ਟਕਸਾਲ ਦੇ 15ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ ਬੜੀ ਨਿਰਮਾਣਤਾ ਅਤੇ ਨਿਮਰਤਾ ਨਾਲ ਤਿਆਗ ਔਰ ਵੈਰਾਗ ਵਿੱਚ ਰਹਿ ਕੇ ਸਰਕਾਰੀ ਜਬਰ ਔਰ ਜ਼ੁਲਮ ਨੂੰ ਵੀ ਹੰਢਾਉਂਦਿਆਂ ਹੋਇਆਂ ਬਹੁਤ ਦੀਰਘ ਸਿਆਣਪ ਦੇ ਨਾਲ ਸੇਵਾ ਸਿਮਰਨ ਪਰਉਪਕਾਰ ਦੀ ਘਾਲਣਾ ਕਰਦਿਆਂ ਹੋਇਆਂ ਬਹੁਤ ਵੱਡੀ ਉਹਨਾਂ ਮਹਾਂਪੁਰਖਾਂ ਨੇ ਸੇਵਾ ਨਿਭਾਈ। ਸੋ ਸਾਧ ਸੰਗਤ ਜੀ ਆਓ, ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਜੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 12 ਮਹਾਮਾਜ ਦੇ ਵਿੱਚ ਸਾਨੂੰ ਭਾਦਰੋਂ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਆ ਹੈ, ਉਸ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ। ਸਤਿਗੁਰੂ ਜੀ ਫਰਮਾਨ ਕਰਦੇ ਆ, ਭਾਦਰੋਂ ਦੇ ਮਹੀਨੇ ਦੁਆਰਾ ਜਿਹੜੇ ਜੀਵ ਭਰਮ ਵਿੱਚ ਪੈ ਕੇ ਪਰਮੇਸ਼ਰ ਤੋਂ ਭੁੱਲ ਗਏ ਹੈ ਉਹਨਾਂ ਨੂੰ ਦਵੈਤ ਭਾਵ ਬਹੁਤੀ ਚੰਗੀ ਲੱਗਦੀ ਹੈ। ਦਵੈਤ ਭਾਵ ਕੀ ਹੈ? ਪਰਮੇਸ਼ਰ ਤੋਂ ਬਿਨਾ ਜਿੰਨਾ ਵੀ ਸੰਸਾਰ ਦਾ ਪਸਾਰਾ ਹੈ ਇਹ ਸਾਰਾ ਦਵੈਤ ਰੂਪ ਹੀ ਹੈ। ਜਿੰਨਾ ਸੰਬੰਧੀਆਂ ਦਾ ਮੋਹ, ਮਾਇਆ ਦਾ ਮੋਹ, ਪਦਾਰਥਾਂ ਦਾ ਮੋਹ, ਸੰਸਾਰ ਦੀ ਵਡਿਆਈ ਦੀ ਇੱਛਾ ਮਨ ਵਿੱਚ, ਧਨ ਪਦਾਰਥਾਂ ਦੀ ਇੱਛਾ, ਇਹ ਸਾਰਾ ਦਵੈਤ ਦਾ ਹੀ ਪਸਾਰਾ ਹੈ। ਜਿਨ੍ਹਾਂ ਦਾ ਮਨ ਇਹਦੇ ਵਿੱਚ ਲੱਗਾ ਹੋਇਆ ਨਾ ਕਹਿੰਦੇ, ਔਰ ਇਹ ਵੱਡਾ ਭਰਮ ਅਗਿਆਨ ਜੀਵ ਨੂੰ ਪੈਦਾ ਹੋ ਗਿਆ, ਉਹ ਪਰਮੇਸ਼ਰ ਨੂੰ ਭੁੱਲ ਗਿਆ ਤੇ ਸੰਸਾਰ ਨੂੰ ਸਭ ਕੁਝ ਸੱਤ ਕਰਕੇ ਮੰਨੀ ਬੈਠਾ ਹੈ। ਇਸ ਕਰਕੇ ਇਹ ਭਰਮ ਦੇ ਵਿੱਚ ਪੈ ਕੇ ਵਾਹਿਗੁਰੂ ਤੋਂ ਭੁੱਲ ਗਿਆ, ਬੇਮੁਖ ਹੋ ਗਿਆ। ਹੈ ਤਾਂ ਇਹ ਮਨੁੱਖਾਂ ਦੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਮਿਲੀ ਸੀ। ਭਈ ਪ੍ਰਾਪਤ ਮਾਨੁਖ ਦੇਹੁ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿੰਨਾ ਚਿਰ ਨਿਤਨੇਮ ਕਰਦੇ ਆ ਨਾ ਆਪਾਂ, ਜਾਂ ਸਿਮਰਨ ਕਰਦੇ ਹਾਂ, ਜਿੰਨਾ ਚਿਰ ਸਤਸੰਗਤ ਕਰਦੇ ਹਾਂ,
ਉਹਨਾਂ ਚਿਰ ਆਪਣੇ ਤੇ ਦਵੈਤ ਦਾ, ਭਰਮ ਦਾ, ਗਿਆਨ ਦਾ ਅਸਰ ਨਹੀਂ ਹੁੰਦਾ। ਤੇ ਨਹੀਂ ਤਾਂ ਇਸ ਸਮੇਂ ਤੋਂ ਬਿਨਾਂ ਸਦਾ ਹੀ ਸਾਡੇ ਤੇ ਅਗਿਆਨ ਦਾ, ਭਰਮ ਦਾ, ਦਵੈਤ ਦਾ ਹੀ ਅਸਰ ਹੈ, ਉਸੇ ਦਾ ਹੀ ਪ੍ਰਭਾਵ ਹੈ ਸਾਡੇ ਉੱਤੇ। ਸਭ ਤੋਂ ਵੱਡਾ ਅਗਿਆਨ ਇਹੋ ਹੀ ਹੈ ਕਿ ਪਰਮੇਸ਼ਰ ਨੂੰ ਭੁੱਲ ਜਾਣਾ ਤੇ ਸੰਸਾਰ ਨੂੰ ਸੱਤ ਕਰਕੇ ਮੰਨ ਲੈਣਾ ਕਿ ਸੰਸਾਰ ਸੱਤ ਹੈ, ਬਾਕੀ ਸਭ ਕੁਝ ਅਸੱਤ ਹੈ। ਇਹੀ ਸਭ ਤੋਂ ਵੱਡਾ ਭਰਮ ਹੈ, ਇਹੀ ਸਭ ਤੋਂ ਵੱਡਾ ਅਗਿਆਨ ਹੈ। ਪਰਮੇਸ਼ਰ ਨੂੰ ਭੁੱਲਣ ਦਾ ਨਾਮ ਹੀ ਅਗਿਆਨ ਹੈ। ਅਗਿਆਨ ਦਾ ਅਰਥ ਹੀ ਭਰਮ ਹੈ। ਔਰ ਅਗਿਆਨ ਦੇ ਵਿੱਚ ਜਿਹੜਾ ਅਗਿਆਨ ਦੇ ਆਸ਼ਰਿਤ ਜੀਵ ਹੈ ਉਹ ਮੁਕਤੀ ਨੂੰ ਨਹੀਂ ਕਦੇ ਪ੍ਰਾਪਤ ਕਰ ਸਕਦਾ। ਜਿੰਨਾ ਚਿਰ ਅਗਿਆਨ ਨਹੀਂ ਦੂਰ ਹੁੰਦਾ ਉਹਨਾਂ ਚਿਰ ਮੋਕਸ਼ ਦਾ ਅਧਿਕਾਰੀ ਨਹੀਂ ਬਣਦਾ। ਇਸ ਕਰਕੇ ਕਹਿੰਦੇ ਭਰਮ ਵਿੱਚ ਭੁੱਲ ਕਰਕੇ ਇਹ ਜੀਵ ਪੈ ਗਏ ਹੈ। ਇਹਨਾਂ ਨੂੰ ਦਵੈਤ ਪਾਸ ਸੰਸਾਰ ਦੇ ਪਦਾਰਥ ਹੀ ਚੰਗੇ ਲੱਗਦੇ ਆ, ਮਿੱਠੇ ਲੱਗਦੇ ਆ। ਕੀ ਕਹਿੰਦਾ ਜੀਵ ਅਗਿਆਨੀ? ਕਹਿੰਦਾ ਆਹ ਜਗ ਮਿੱਠਾ ਅਗਲਾ ਕਿਨ ਡਿੱਠਾ। ਸੰਸਾਰ ਹੀ ਮਿੱਠਾ, ਕਹਿੰਦੇ ਸੰਸਾਰ ਦੇ ਸੁਖੀ ਸਭ ਤੋਂ ਚੰਗੇ ਆ, ਬਾਕੀ ਕੀ ਹੈ ਇੱਥੇ? ਕਹਿੰਦੇ ਆਏ ਆ ਸੰਸਾਰ ਤੇ, ਮਨੁੱਖਾ ਦੇ ਮਿਲੀ ਹੈ, ਖਾਓ ਪੀਓ ਐਸ਼ ਪ੍ਰਸਤੀ ਕਰੋ, ਆਨੰਦ ਲਓ, ਹੋਰ ਕਾਹਦੇ ਵਾਸਤੇ ਆਏ ਆਪਾਂ? ਬਹੁਤਾਤ ਦੁਨੀਆ ਦੀ ਇਸੇ ਗੱਲ ਵਿੱਚ ਹੀ ਚੱਲ ਰਹੀ ਹੈ, ਭਾਵ ਇਸੇ ਚੱਕਰ ਵਿੱਚ ਹੀ ਸ੍ਰਿਸ਼ਟੀ ਪਈ ਹੋਈ ਹੈ। ਜੇ ਆਪਾਂ ਨੂੰ ਵੀ ਇਹ ਚੀਜ਼ਾਂ ਚੰਗੀਆਂ ਲੱਗਦੀਆਂ, ਭਾਵ ਅੰਦਰੋਂ ਜੇ ਇਹਨਾਂ ਦੀ ਪਕੜ ਹੈ, ਤਾਂ ਸਮਝ ਲਓ ਅਸੀਂ ਵੀ ਭਰਮ ਦਾ ਸ਼ਿਕਾਰ ਹੈ, ਅਸੀਂ ਵੀ ਦਵੈਤ ਦਾ ਸ਼ਿਕਾਰ ਹਾਂ। ਜੇ ਸਾਨੂੰ ਸੰਸਾਰ ਹੀ ਚੰਗਾ ਲੱਗ ਰਿਹਾ, ਦੁਨੀਆ ਦੀ ਵਡਿਆਈ, ਦੁਨੀਆ ਦੇ ਪਦਾਰਥ, ਫਿਰ ਅਸੀਂ ਵੀ ਅਗਿਆਨੀ ਹਾਂ, ਅਸੀਂ ਵੀ ਦਵੈਤ ਦਾ ਸ਼ਿਕਾਰ ਹੀ ਹਾਂ। ਜੇ ਅੰਦਰ ਕਿਰਪਾ ਹੋ ਜਾਏ ਪਰਮੇਸ਼ਰ ਦੀ ਵੀ ਇਹ ਤਾਂ ਸੰਸਾਰ ਵਿੱਚ ਆਪਣੇ ਫਰਜ਼ ਜੇ ਨਿਭਾਉਣੇ ਆ, ਅਸਲੀ ਮਕਸਦ ਤਾਂ ਮਨੁੱਖਾ ਜੀਵਨ ਦਾ ਇਹ ਹੈ, ਸਤ ਸੰਗਤ ਕਰਕੇ, ਗੁਰਸਿੱਖੀ ਧਾਰਨ ਕਰਕੇ, ਨਾਮ ਜਪ ਕੇ ਪਰਮੇਸ਼ਰ ਨੂੰ ਮਿਲਣਾ, ਜੀਵਨ ਯਾਤਰਾ ਸਫਲ ਕਰਨੀ ਹੈ। ਜੇ ਇਸ ਤਰ੍ਹਾਂ ਦੀ ਬਿਰਤੀ ਬਣ ਗਈ ਤੇ ਇਸ ਮਾਰਗ ਤੇ ਜੇ ਚੱਲ ਪੈਂਦਾ, ਫਿਰ ਅਗਿਆਨ ਦੂਰ ਹੋ ਜਾਂਦਾ। ਅਗਿਆਨ ਕਦੋਂ? ਗੁਰੂ ਦੀ ਕਿਰਪਾ ਨਾਲ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਪਰਮੇਸ਼ਰ ਨੂੰ ਭੁੱਲ ਕੇ ਭਰਮ ਵਿੱਚ ਪੈ ਗਿਆ। ਭਰਮ ਦਾ ਅਰਥ ਹੈ ਚੱਕਰ। ਜਦੋਂ ਸੰਸਾਰ ਦੇ ਚੱਕਰ ਵਿੱਚ ਪੈ ਗਿਆ ਨਾ, ਤਾਂ ਫਿਰ ਅਗਲਾ ਚੱਕਰ ਵੀ ਤਿਆਰ ਹੈ। ਉਹ ਕਿਹੜਾ? ਉਹ ਭਰਮ ਦੀ ਘੁੰਮਣ ਘੇਰੀ ਕਿਹੜੀ ਹੈ? ਅਗਲਾ ਚੱਕਰ ਕਿਹੜਾ? ਫਿਰ 84 ਲੱਖ ਜੂਨਾਂ ਦਾ। 84 ਦੇ ਚੱਕਰ ਵਿੱਚ ਫਿਰ ਪੈਣਾ ਹੀ ਪੈਣਾ ਪਵੇਗਾ। 84 ਲੱਖ ਜੂਨਾਂ ਭੋਗਣੀਆਂ ਹੀ ਪੈਣਗੀਆਂ, ਨਰਕਾਂ ਵਿੱਚ ਪੈਣਾ ਹੀ ਪੈਣਾ ਪਵੇਗਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਤਿਗੁਰਾਂ ਦੇ ਅਨੰਨ ਪਿਆਰੇ ਸਿੱਖ ਧੰਨ ਭਾਈ ਰਾਏ ਬੁਲਾਰ ਜੀ, ਸਾਧ ਸੰਗਤ ਜੀ, ਹੈ ਮੁਸਲਮਾਨ ਧਰਮ ਨੂੰ ਮੰਨਣ ਵਾਲਾ ਔਰ ਉਸ ਇਲਾਕੇ ਦਾ ਹਾਕਮ ਵੀ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਦਾ ਕਿੱਡਾ ਵੱਡਾ ਸਾਧਕ ਪ੍ਰੇਮੀ ਹੈ, ਕਿੰਨਾ ਸ਼ਰਧਾਵਾਨ ਹੈ। ਗੁਰੂ ਨਾਨਕ ਸਾਹਿਬ ਨੂੰ ਖੁਦਾ ਰੂਪ ਦੇ ਵਿੱਚ ਦੇਖਦਾ, ਰੱਬ ਦੇ ਰੂਪ ਵਿੱਚ ਦੇਖਦਾ। ਮਹਾਰਾਜ ਸਾਹਿਬ ਨੂੰ ਬੇਨਤੀ ਕਰਦਾ, ਮਹਾਰਾਜ ਮੇਰਾ ਅਗਿਆਨ ਦੂਰ ਕਰੋ। 10ਵੇਂ ਪਾਤਸ਼ਾਹ ਨੇ ਪੁੱਛਿਆ ਹੀ ਸੀ ਨਾ ਸਿੰਘਾਂ ਨੂੰ, ਕਹਿੰਦੇ ਸਿੱਖੀ ਚਾਹੀਦੀ ਹੈ, ਮਾਇਆ ਚਾਹੀਦੀ ਹੈ, ਸਿੱਖੀ ਚਾਹੀਦੀ ਹੈ, ਮਾਇਆ ਚਾਹੀਦੀ ਹੈ। 99% ਕਹਿੰਦੇ ਸਿੱਖੀ ਦਾ ਕੀ ਹੈ? ਮਾਇਆ ਦੋ, ਮਾਇਆ ਪਾਓ, ਝੋਲੀ ਵਿੱਚ ਮਾਇਆ ਚਾਹੀਦੀ ਹੈ। ਸਿੱਖੀ ਮੰਗਣ ਵਾਲਾ ਦਾਨ ਸਿੰਘ ਹੀ ਸੀ ਇਕੱਲਾ, ਉਹ ਭਰਮ ਦਾ ਹੀ ਪੜਦਾ ਸੀ ਸਾਰਾ। ਸੋ ਰਾਏ ਬੁਲਾਰ ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੇਰਾ ਗਿਆਨ ਦੂਰ ਕਰੋ। ਗਿਆਨ ਦੂਰ ਕਰਾਉਣ ਵਾਲੇ ਵਿਰਲੇ ਹੈ, ਜਗ ਮੈਂ ਤੁਮ ਕਾਢੀਏ ਵਿਰਲੇ ਕੇ ਇਸ ਮਾਰਗ ਦੇ ਪਾਂਧੀ। ਮਹਾਰਾਜ ਕਹਿੰਦੇ ਤੂੰ ਅਗਿਆਨ ਨੂੰ ਕੀ ਸਮਝਦਾ? ਰਾਏ ਬੁਲਾਰ ਅਗਿਆਨ ਦੀ ਪਰਿਭਾਸ਼ਾ ਕੀ ਹੈ? ਕਹਿੰਦਾ ਮਹਾਰਾਜ ਅਗਿਆਨ ਨੂੰ ਤਾਂ ਮੈਂ ਇਸ ਤਰ੍ਹਾਂ ਸਮਝਦਾ, ਵਿਦਵਾਨ ਲੋਕ ਇਹ ਕਹਿੰਦੇ ਆ
ਬਈ ਅਗਿਆਨ ਹਨੇਰੇ ਵਰਗਾ ਹੈ, ਪਰ ਮਹਾਰਾਜ ਮੈਂ ਹਨੇਰੇ ਤੋਂ ਵੀ ਖਤਰਨਾਕ ਸਮਝਦਾ। ਕਹਿੰਦੇ ਉਹ ਕਿਵੇਂ? ਕਹਿੰਦੇ ਹਨੇਰੇ ਵਿੱਚ ਤਾਂ ਬੰਦੇ ਨੂੰ ਆਪਣੇ ਆਪ ਦੀ ਵੀ ਸੋਝੀ ਹੁੰਦੀ ਹੈ, ਅੰਗ ਪ੍ਰਤੰਗ ਦਾ ਵੀ ਪਤਾ, ਆਪਣੇ ਸੰਬੰਧੀਆਂ ਦਾ ਵੀ ਪਤਾ, ਆਪਣੇ ਕੋਲੇ ਪਈਆਂ ਵਸਤੂਆਂ ਦਾ ਵੀ ਪਤਾ। ਪਰ ਅਗਿਆਨ ਦਾ ਹਨੇਰਾ ਤਾਂ ਇੰਨਾ ਖਤਰਨਾਕ ਹੈ, ਇਹ ਆਪਣੇ ਆਪੇ ਨੂੰ ਭੁੱਲੀ ਬੈਠਾ, ਇਹਨੂੰ ਆਪਣੇ ਆਪੇ ਦੀ ਵੀ ਸੋਝੀ ਨਹੀਂ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰ ਦਿਓ, ਮੇਰਾ ਅਗਿਆਨ ਕੱਟ ਦਿਓ। ਉਦੋਂ ਉਹਨਾਂ ਦਾ ਸਰੀਰ ਦਾ ਅਖੀਰਲਾ ਸਮਾਂ ਸੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਿਆਲਤਾ ਦੇ ਘਰ ਵਿੱਚ ਆਏ, ਪਲੰਘੇ ਤੋਂ ਉਠਾਇਆ ਰਾਏ ਬੁਲਾਰ ਨੂੰ ਆਪਣੇ ਹੱਥਾਂ ਨਾਲ। ਕਹਿੰਦੇ ਰਾਏ ਜੀ, ਸਿਰ ਉੱਤੇ ਹੱਥ ਰੱਖਿਆ, ਕਹਿੰਦੇ ਕਹੋ ਵਾਹਿਗੁਰੂ। ਜਦੋਂ ਵਾਹਿਗੁਰੂ ਕਿਹਾ, ਅਗਿਆਨ ਦੇ ਪਰਦੇ ਤੋੜ ਦਿੱਤੇ। ਕੀ ਅਵਸਥਾ ਹੋਈ? ਜਰੇ ਜਰੇ ਵਿੱਚੋਂ ਖੁਦਾ ਦੇ ਦਰਸ਼ਨ ਹੋਣ ਲੱਗ ਪਏ, ਰੱਬ ਦੇ ਦਰਸ਼ਨ ਹੋਣ ਲੱਗ ਪਏ, ਵਾਹਿਗੁਰੂ ਦੇ ਦਰਸ਼ਨ ਹੋਣ ਲੱਗ ਪਏ। ਸੋ ਸਾਧ ਸੰਗਤ ਜੀ, ਇਉਂ ਗੁਰੂ ਸਾਹਿਬ ਤਾਂ ਕਿਰਪਾ ਕਰ ਦਿੰਦੇ ਆ, ਆਪਾਂ ਵੀ ਅਰਦਾਸ ਕਰਨੀ ਹੈ। ਜੇ ਮੈਂ ਵੀ ਇੱਥੇ ਬੈਠਾ ਦਾਵਾ ਕਰੀ ਜਾਵਾਂ, ਤੁਸੀਂ ਵੀ ਖਿਆਲ ਰੱਖੋ, ਇਹ ਬਹੁਤ ਕਠਿਨ ਮਾਰਗ ਹੈ, ਸੌਖਾ ਮਾਰਗ ਨਹੀਂ ਹੈ। ਅਰਦਾਸ ਕਰੀਏ, ਨਿਤਨੇਮ ਕਰਕੇ, ਸੇਵਾ ਕਰਕੇ, ਭਜਨ ਕਰਕੇ, ਸੰਗਤ ਕਰਕੇ ਅਰਦਾਸ ਕਰੋ। ਸੱਚੇ ਪਾਤਸ਼ਾਹ, ਇਹ ਸੇਵਾ ਭਜਨ ਤੁਸੀਂ ਕਰਾਇਆ, ਸਾਡੇ ਭਲੇ ਲਈ ਕਰਾਇਆ। ਜੇ ਗੁਰੂ ਸਾਹਿਬ ਦੀ ਕਿਰਪਾ ਨਾ ਹੋਵੇ ਤਾਂ ਬੰਦਾ ਮੂਲ ਮੰਤਰ ਦਾ ਪਾਠ ਨਹੀਂ ਕਰ ਸਕਦਾ। ਜੇ ਆਪਣੀ ਹਉਮੈ ਵਿੱਚ ਆ ਕੇ ਕਹੇ ਮੈਂ ਨਿਤਨੇਮ ਕਰ ਲੂੰਗਾ, ਅੰਦਰੋਂ ਹੀ ਪ੍ਰੇਰਨਾ ਦੇ ਦੇਣੀ ਹੈ, ਅੰਦਰੋਂ ਹੀ ਮੱਤ ਮਾਰ ਦੇਣੀ ਹੈ ਪਰਮੇਸ਼ਰ ਨੇ। ਜੇ ਅੰਦਰ ਹਉਮੈ ਆ ਗਈ ਤਾਂ ਮੂਲ ਮੰਤਰ ਨਹੀਂ ਪੜਿਆ ਜਾਣਾ, ਫਿਰ ਨਿਤਨੇਮ ਨਹੀਂ ਹੋਣਾ, ਬਾਣੀ ਨਹੀਂ ਪੜ੍ਹੀ ਜਾਣੀ, ਅਭਿਆਸ ਨਹੀਂ ਹੋਣਾ। ਫਿਰ ਜਿੱਤੇ ਕਿਰਪਾ ਕਰਦਾ ਨਾ, ਜਿਹਨੂੰ ਬਖਸ਼ਣਾ ਹੁੰਦਾ, ਉਹ ਤੋਂ ਨਿਤਨੇਮ ਕਰਾਉਂਦਾ, ਉਹਦੇ ਤੋਂ ਸੰਗਤ ਕਰਾਉਂਦਾ, ਉਹਦੇ ਤੋਂ ਨਾਮ ਜਪਾਉਂਦਾ, ਉਹਦੇ ਤੋਂ ਸੇਵਾ ਕਰਾਉਂਦਾ। ਪਰਮੇਸ਼ਰ ਦੀ ਸਭ ਤੋਂ ਵੱਡੀ ਕਿਰਪਾ ਕੀ ਹੈ ਮਨੁੱਖ ਦੇ ਉੱਤੇ? ਕਿ ਜਦੋਂ ਅੰਦਰੋਂ ਸ਼ੁਭ ਖਿਆਲ ਫੁਰਨ ਲੱਗ ਜਾਣ, ਸ਼ੁਭ ਖਿਆਲਾਂ ਦਾ ਹਿਰਦੇ ਵਿੱਚ ਸੰਚਾਰ ਹੋਣ ਲੱਗ ਜਾਏ, ਉਦੋਂ ਸਮਝ ਲਵੇ ਵੀ ਪਰਮੇਸ਼ਰ ਦੀ ਕਿਰਪਾ ਹੋ ਰਹੀ ਹੈ। ਜਦੋਂ ਮਨ ਕਾਹਲਾ ਪਵੇ ਵੀ ਛੇਤੀ ਗੁਰੂ ਘਰ ਜਾਣਾ, ਸੰਗਤ ਕਰਨੀ ਹੈ, ਮੇਰਾ ਨਿਤਨੇਮ ਨਾ ਖੁੰਝ ਜਾਏ, ਮੇਰਾ ਅਭਿਆਸ ਨਾ ਕਦੇ ਨਾਗਾ ਪੈ ਜਾਏ ਮੇਰੇ 'ਚ, ਮੈਂ ਸੇਵਾ ਕਰਾਂ, ਇਹ ਪਰਮੇਸ਼ਰ ਦੀ ਕਿਰਪਾ ਦੀ ਨਿਸ਼ਾਨੀ ਹੁੰਦੀ ਹੈ। ਜਦੋਂ ਇਹਨਾਂ ਸਾਰੀਆਂ ਗੱਲਾਂ ਤੋਂ ਮਨ ਮੁਨਕਰ ਹੋਈ ਜਾਵੇ ਤਾਂ ਸਮਝ ਲਓ ਪਰਮੇਸ਼ਰ ਦੀ ਕਿਰਪਾ ਪਿੱਛੇ ਹੋ ਰਹੀ ਹੈ। ਇਸ ਕਰਕੇ ਭਾਈ ਅਰਦਾਸ ਕਰਨੀ ਹੈ ਕਿ ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ। ਅਰਦਾਸ ਵਿੱਚ ਐਡੀ ਵੱਡੀ ਸ਼ਕਤੀ ਹੈ ਕਿ ਅਰਦਾਸ ਕਰਨ ਨਾਲ ਬੰਦੇ ਦਾ ਮਾਣ ਟੁੱਟ ਜਾਂਦਾ, ਹਉਮੈ ਟੁੱਟ ਜਾਂਦੀ ਹੈ। ਮਹਾਰਾਜ ਮੈਂ ਕੁਝ ਨਹੀਂ ਕਰਨ ਦੇ ਸਮਰਾ, ਮੇਰੇ 'ਚ ਹੈ ਹੀ ਕੁਝ ਨਹੀਂ, ਕਰਨ ਕਰਾਉਣ ਵਾਲੇ ਤੁਸੀਂ ਹੋ, ਤੁਸੀਂ ਕਿਰਪਾ ਕਰੋ। ਜਦੋਂ ਇਉਂ ਕਰਦਾ ਨਾ ਅਰਦਾਸ, ਫੇਰ ਕਿਰਪਾ ਹੁੰਦੀ ਹੈ। ਅੰਦਰੋਂ ਮਾਣ ਟੁੱਟ ਗਿਆ ਤਾਂ ਕਿਰਪਾ ਹੋਣੀ ਹੋਣੀ ਹੈ, ਹਉਮੈ ਟੁੱਟ ਗਈ, ਹੰਕਾਰ ਟੁੱਟ ਗਿਆ, ਕਿਰਪਾ ਹੋਣੀ ਹੋਣੀ ਹੈ। ਇਸ ਕਰਕੇ ਫੇਰ ਬਈ ਇਹ ਅਗਿਆਨ, ਇਹ ਭਰਮ ਦੂਰ ਹੁੰਦਾ ਹੈ। ਨਹੀਂ ਤਾਂ ਜੀ ਭਰਮ 'ਚ ਭੁੱਲ ਕੇ 84 ਦੇ ਚੱਕਰ ਵਿੱਚ ਹੀ ਪਏ ਰਹਿੰਦੇ ਹਨ। ਦੂਜਾ ਲੱਗਾ ਹੇਤ, ਦੂਜਿਆਂ ਪਦਾਰਥਾਂ ਦੇ ਵਿੱਚ, ਦੂਜਿਆਂ ਸੰਬੰਧੀਆਂ ਵਿੱਚ, ਦੂਜੀ ਦੁਨੀਆ ਦੇ ਵਿੱਚ, ਇਹਨਾਂ ਵਿੱਚ ਹੀ ਹਿੱਤ, ਪ੍ਰੇਮ ਲੱਗਾ ਹੋਇਆ, ਸਨੇਹ ਲੱਗਿਆ, ਵਾਹਿਗੁਰੂ ਨਾਲ ਨਹੀਂ ਪ੍ਰੇਮ ਲੱਗਾ। ਜਿਨ੍ਹਾਂ ਦਾ ਪ੍ਰੇਮ ਵਾਹਿਗੁਰੂ ਨਾਲ ਲੱਗ ਗਿਆ, ਉਹ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਆ, ਭਿੱਜੋ ਸਿੱਜੋ ਕੰਬਲੀ ਅੱਲੇ ਵਰਸੈ ਮਿਓ, ਜਾਏ ਮਿਲਾਂ ਤਿਨਾ ਸੱਜਣਾ ਟੁੱਟੋ ਨਾ ਹੀ ਨਿਓ। ਜਿਨ੍ਹਾਂ ਦਾ ਉਹਦੇ ਨਾਲ ਹਿੱਤ ਲੱਗਾ, ਉਹਨਾਂ ਦੀ ਇਹ ਅਵਸਥਾ ਹੈ। ਜਿਨ੍ਹਾਂ ਦਾ ਦੂਜਿਆਂ ਵਿੱਚ ਲੱਗਾ, ਉਹ ਚੱਲ ਕੋਈ ਨਹੀਂ, ਅੱਜ ਗੁਰਦੁਆਰੇ ਨਹੀਂ ਵੀ ਗਏ, ਕੱਲ ਨੂੰ ਜਾ ਆਵਾਂਗੇ, ਕੱਲ ਨੂੰ ਫੇਰ ਕਹਿੰਦਾ ਨਹੀਂ ਪਰਸੋਂ ਨੂੰ ਜਾਵਾਂ। ਬਸ ਐਂ ਕਰਦਿਆਂ ਕਰਦਿਆਂ ਬਿਲਕੁਲ ਹੀ ਬੇਮੁਖ ਹੋ ਜਾਂਦਾ।
ਚੱਲ ਅੱਜ ਨਹੀਂ ਨਿਤਨੇਮ ਕੀਤਾ, ਕੱਲ ਨੂੰ ਕਰ ਲਵਾਂਗੇ। ਉਹ ਬਸ ਉਹ ਵਿੱਥਾਂ ਪੈਂਦੀਆਂ ਪੈਂਦੀਆਂ ਪੈ ਜਾਂਦੀਆਂ। ਫਿਰ ਵੱਡੇ ਸੰਤ ਕਥਾ ਵਿੱਚ ਇੱਕ ਛੋਟੀ ਜਿਹੀ ਸਾਖੀ ਸੁਣਾਉਂਦੇ ਆ। ਕਹਿੰਦੇ ਕੋਈ ਮਹਾਤਮਾ ਭਜਨ ਕਰਦੇ ਸਨ ਤੇ ਠੰਡ ਦੇ ਦਿਨ ਆ ਕੇ ਗੋਦੜਾ ਲੈ ਲਿਆ ਸਰੀਰ ਉੱਤੇ। ਬੜਾ ਨਿੱਘ ਆਇਆ, ਨਿੱਘ ਦੇ ਵਿੱਚ ਆਇਆ, ਸਰੀਰ ਨੂੰ ਸੁੱਖ ਮਿਲਿਆ ਤਾਂ ਨੀਂਦ ਆ ਗਈ, ਊਂਘ ਆਉਣ ਲੱਗ ਪਈ। ਬੜੇ ਕਾਫੀ ਚਿਰ ਸੁੱਤਾ ਰਿਹਾ। ਉਦਣ ਭਜਨ ਨਾ ਹੋਇਆ। ਕਹਿੰਦੇ ਚੱਲ ਕੱਲ ਨੂੰ ਕਰ ਲਾਂਗੇ। ਦੂਜੇ ਦਿਨ ਵੀ ਉਹੀ ਆਲਸ, ਤੀਜੇ ਦਿਨ, ਚੌਥੇ ਦਿਨ, ਜਦੋਂ ਪੰਜਵਾਂ ਦਿਨ ਹੋਇਆ ਕਹਿੰਦਾ ਮਨਾ ਤੂੰ ਤਾਂ ਬਾਹਲਾ ਹੀ ਭੈੜਾ, ਤੂੰ ਤਾਂ ਮੇਰੇ ਰੱਬ ਨਾਲੋਂ ਮੈਨੂੰ ਬੇਮੁਖ ਕਰਤਾ। ਸਮੇਤ ਗੋਦੜੇ ਗੰਗਾ ਦੇ ਵਿੱਚ ਜਾ ਕੇ ਛਾਲ ਮਾਰ ਕੇ ਗਲਗਲ ਪਾਣੀ ਦੇ ਵਿੱਚ ਖੜ ਗਿਆ। ਕਹਿੰਦਾ ਜਿੰਨਾ ਚਿਰ ਦਵੈਤ ਨਹੀਂ ਲੈਂਦੀ ਨਾ ਉਨਾ ਚਿਰ ਮੈਂ ਬਾਹਰ ਨਹੀਂ ਨਿਕਲਣਾ। ਮਨ ਤਰਲੇ ਕਰੇ ਵੀ ਠਰ ਗਿਆ, ਸਰੀਰ ਮਰ ਜਾਊਗਾ, ਕਿਸੇ ਤਰ੍ਹਾਂ ਬਾਹਰ ਕੱਢ ਲੈ। ਕਹਿੰਦੇ ਪ੍ਰਾਣ ਕਰ ਵੀ ਅੱਜ ਤੋਂ ਬਾਅਦ ਜਿਹੜਾ ਭਜਨ ਦਾ ਸਮਾਂ ਨਾ ਉਹ ਮੈਂ ਕਦੇ ਅਜਾਈ ਨਹੀਂ, ਖਾਲੀ ਨਹੀਂ ਜਾਣ ਦਿਆਂਗਾ। ਫੇਰ ਤੈਨੂੰ ਕੱਢੂ ਨਹੀਂ, ਇੱਥੇ ਹੀ ਮਾਰੂ ਗੰਗਾ ਦੇ ਪਾਣੀ ਵਿੱਚ। ਲੇਲੜੀਆਂ ਕਢਾ ਕੇ ਬਾਹਰ ਆਇਆ। ਉਹ ਜਿਹੜੀ ਦਵੈਤ ਸੀ ਉਹ ਲਾਈ ਉਹਨੇ, ਦੂਜਾ ਹਿੱਤ ਜਿਹੜਾ ਲੱਗਾ ਸੀ ਉਹ ਦੂਰ ਕੀਤਾ। ਇਉਂ ਕਠਨ ਘਾਲਣਾ ਘਾਲਦਿਆਂ ਘਾਲਦਿਆਂ ਅਰਦਾਸਾਂ ਬੇਨਤੀਆਂ ਕਰਦਿਆਂ ਫਿਰ ਭਾਈ ਮਹਾਰਾਜ ਸਾਹਿਬ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ। ਦੂਜਾ ਹਿੱਤ ਲੱਗਾ ਅੰਦਰੋਂ ਦੂਰ ਹੁੰਦਾ, ਨਹੀਂ ਤਾਂ ਇਹਦਾ ਬੜਾ ਭਾਰੀ ਅਸਰ ਹੈ। ਕਿਉਂ ਦੂਜਿਆਂ ਪਦਾਰਥਾਂ ਦੇ ਵਿੱਚ ਹੀ ਹਿੱਤ ਲੱਗਾ ਹੋਇਆ ਹੈ, ਭੁੱਲਿਆ ਹੋਇਆ ਹੈ। ਲੱਖ ਸੀਗਾਰ ਬਣਾਇਆ, ਫਿਰ ਲੱਖਾਂ ਸਾਧਨਾਂ ਦੇ ਸ਼ਿੰਗਾਰ ਕਰ ਕਰਕੇ ਬਣਾ ਕੇ ਦਿਖਾਵੇ। ਮੈਂ ਜਲ ਧਾਰੇ ਕਰਨੇ ਆ, ਮੈਂ ਧੂਣੀਆਂ ਤਾਰਿਆਂ, ਮੈਂ ਤਰਾਟਕ ਕਰਦਾ ਹਾਂ। ਇਹੋ ਜਿਹੇ ਸ਼ਿੰਗਾਰ, ਇੱਕ ਤਾਂ ਬੀਬੀ ਸ਼ਿੰਗਾਰ ਕਰਦੀ ਹੈ ਪਤੀ ਨੂੰ ਪ੍ਰਸੰਨ ਕਰਨ ਵਾਸਤੇ, ਇੱਕ ਸਾਧਨਾਂ ਦੇ ਸ਼ਿੰਗਾਰ ਕਰਦੇ ਆ ਵੀ ਦੁਨੀਆ ਕਿਵੇਂ ਲੁੱਟਣੀ ਹੈ। ਪੁੱਠੇ ਲਮਕ ਕੇ ਦਿਖਾਉਂਦੇ ਆ, ਜਲ ਧਾਰੇ ਕਰਦੇ ਆ, ਪਖੰਡ ਦੇ ਵੱਡੇ ਵੱਡੇ ਅਡੰਬਰ ਰਚਦੇ ਆ। ਇਹ ਵੀ ਸ਼ਿੰਗਾਰ ਹੀ ਕਰਦੇ ਆ ਵੀ ਦੁਨੀਆ ਫਸ ਜਾਵੇ ਸਾਡੇ ਚੁੰਗਲ ਵਿੱਚ ਆ ਕੇ। ਇਹੋ ਜਿਹੇ ਜਿਹੜੇ ਸਾਧਨਾਂ ਦੇ ਸ਼ਿੰਗਾਰ ਕੀਤੇ ਹੋਏ ਆ, ਲੱਖਾਂ ਤਰ੍ਹਾਂ ਦੇ ਲੱਖਾਂ ਤਰ੍ਹਾਂ ਦੀਆਂ ਬਣਾਵਟਾਂ ਬਣਾਈਆਂ ਹੋਈਆਂ ਦੁਨੀਆ ਨੂੰ ਭਰਮਾਉਣ ਵਾਸਤੇ। ਕਾਰਜ ਨਾਹੀ ਕੇਤ, ਪਿਆਰਿਆ ਕਿਸੇ ਕੰਮ ਨਹੀਂ ਤੇਰੇ ਆਉਣੇ ਪਰਲੋਕ ਦੇ ਵਿੱਚ। ਇੱਥੇ ਤਾਂ 4 ਕੁ ਦਿਨ ਪੂਜਾ ਹੋ ਜਾਏਗੀ, ਦੁਨੀਆ ਮੱਥੇ ਵੀ ਟੇਕ ਲੱਗੇਗੀ, ਸੰਤ ਜੀ ਕਹਿ ਕੇ ਪੂਜਾ ਵੀ ਕਰੇਗੀ। ਪਰ ਅੱਗੇ ਤਾਂ ਫਿਰ ਜਮਾਂ ਨੇ ਫੜ ਕੇ ਧੂ ਕੇ ਲੈ ਕੇ ਜਾਣਾ, ਰਤੀਓ ਮਾਸਾ ਤੋਲ ਕਢਾਵਣਿਆਂ ਵਾਲੀ ਹਾਲਤ ਹੋਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਅੱਗੇ ਨਹੀਂ ਬਈ ਫਿਰ ਇਹਨਾਂ ਚੋਂ ਕਿਸੇ ਨੇ ਕੰਮ ਦੇਣਾ। ਜਿਤ ਦਿਨ ਦੇਹ ਬਿਨਸੀ, ਦੇਖ ਲੈ ਜਿੱਦਣ ਦੇ ਤੇਰੀ ਮਨੁੱਖਾ ਦੇ ਸਰੀਰ ਬਿਨਸ ਗਿਆ, ਨਾਸ ਹੋ ਗਿਆ। ਤਿਤ ਵੇਲਾ ਕਹਿਸਨ ਪ੍ਰੇਤ, ਫਿਰ ਕੀ ਕਹਿਣਗੇ? ਇਹ ਪ੍ਰੇਤ ਦੇਹੀ ਹੈ, ਪਵਿੱਤਰ ਹੈ, ਇਹਦੇ ਨੇੜੇ ਨਹੀਂ। ਆ ਕਰੋਨਾ 'ਚ ਪੁੱਤਾਂ ਨੇ ਮਾਪਿਆਂ ਦੇ ਮੂੰਹ ਨਹੀਂ ਦੇਖੇ, ਮਾਪਿਆਂ ਨੇ ਪੁੱਤਾਂ ਦੇ ਨਹੀਂ ਦੇਖੇ, ਹੱਥ ਨਹੀਂ ਲਾਇਆ ਕਿਸੇ ਨੇ। ਮਹਾਂਪੁਰਖਾਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਨੇ ਇੱਕ ਘਟਨਾ ਸੁਣਾਈ। ਕਹਿੰਦੇ ਕੋਈ ਇਹ ਸੱਚੀ ਘਟਨਾ, ਕਹਿੰਦੇ ਚੰਗਾ ਵਸਦਾ ਰਸਦਾ ਪਰਿਵਾਰ ਅਮੀਰ, ਕਰੋਨਾ ਦੇ ਕਾਰਨ ਘਰ ਦੇ ਵਿੱਚ ਸ਼ਾਇਦ ਪਿਤਾ ਦੀ ਮੌਤ ਹੋ ਗਈ। ਪੁੱਤਰ ਨੇ ਹੱਥ ਨਹੀਂ ਲਾਇਆ, ਨੇੜੇ ਵੀ ਨਹੀਂ ਗਿਆ। ਭਾਈ ਸਾਹਿਬ ਕੋਲੇ ਅਪਰੋਚ ਕੀਤੀ, ਇਹਨਾਂ ਨੇ ਸਿੰਘਾਂ ਨੂੰ ਕਿਹਾ, ਸਿੰਘਾਂ ਨੇ ਉਹਦਾ ਇਸ਼ਨਾਨ ਵੀ ਕਰਾਇਆ, ਸੰਸਕਾਰ ਵੀ ਕੀਤਾ ਤੇ ਅੰਗੀਠੇ ਦੇ ਅਸਤਾਂ ਨੂੰ ਵੀ ਹੱਥ ਨਹੀਂ ਲਾਉਣ ਗਿਆ, ਜਲ ਪ੍ਰਵਾਹ ਕਰਨ ਤੱਕ ਨਹੀਂ ਗਿਆ। ਇਹੋ ਜਿਹਾ ਸਨੇਹ ਰਹਿ ਗਿਆ। ਇਹੋ ਜਿਹੀ ਦੇ ਇਹ ਸੰਸਾਰ ਦੀ ਸੱਤਤਾ ਭਾਈ, ਇਹ ਅੱਜ ਦੀ ਕੱਲ ਦੀ ਗੱਲ ਨਹੀਂ, ਹਮੇਸ਼ਾ ਹੀ ਇਹ ਹਾਲਤ ਹੈ। ਇਹ ਦੇਹ ਨੂੰ ਪ੍ਰੇਤ ਕਰਕੇ ਫਿਰ ਇਹ ਤੋਂ ਦੂਰ ਹੋ ਜਾਂਦੀ ਹੈ। ਤੇ ਸੰਤ ਮਹਾਂਪੁਰਖ ਜਦੋਂ ਚੜ੍ਹਾਈ ਕਰਦੇ, ਦੁਨੀਆ ਤਰਸਦੀ ਹੈ ਵੀ ਉਹਨਾਂ ਦੀ ਅੰਤਮ ਯਾਤਰਾ 'ਚ ਜਾਣਾ, ਜਾਂਦਿਆਂ ਜਾਂਦਿਆਂ ਉਹਨਾਂ ਦੇ ਚਰਨਾਂ ਦੇ, ਉਹਨਾਂ ਦੇ ਮੁਖ ਦੇ ਦਰਸ਼ਨ ਕਰ ਲਈਏ। ਲੱਖਾਂ ਦੁਨੀਆ ਆਉਂਦੀ ਹੈ ਨਾ,
ਸੰਤ ਬਾਬਾ ਕਰਤਾਰ ਸਿੰਘ ਜੀ ਇੱਥੇ ਜਦੋਂ ਅੱਜ ਦੇ ਦਿਨ ਸੱਚਖੰਡ ਪਿਆਨਾ ਕੀਤੇ, ਲੱਖਾਂ ਹੀ ਸੰਗਤਾਂ ਦੀ ਭੀੜ ਲੱਗੀ ਹੋਈ ਸੀ ਨਾ ਉਹਨਾਂ ਦੇ ਦਰਸ਼ਨ ਕਰਨ ਨੂੰ। ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋਗਰਾਮ, ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋਗਰਾਮ। ਨਾਮ ਜਪਣ ਵਾਲੇ ਦੀ ਦੇਹ ਇੰਨੀ ਪਵਿੱਤਰ ਹੁੰਦੀ ਹੈ, ਦੁਨੀਆ ਤਰਸਦੀ ਆ ਉਹਨਾਂ ਦੇ ਸਰੀਰ ਵਿੱਚੋਂ। ਜੀਵ ਆਤਮਾ ਜਦੋਂ ਵਾਹਿਗੁਰੂ ਚ ਲੀਨ ਹੋ ਜਾਂਦੀ ਹੈ, ਪਿਛਲੇ ਸਰੀਰ ਨੂੰ ਵੀ ਦੁਨੀਆ ਨਮਸਕਾਰਾਂ ਕਰਦੀ। ਇਸ ਕਰਕੇ ਭਾਈ, ਨਹੀਂ ਤਾਂ ਪ੍ਰੇਤ ਪ੍ਰੇਤ ਕਹਿ ਕੇ ਦੁਨੀਆ ਦੂਰ ਹੋ ਜਾਂਦੀ ਹੈ। ਪਕੜ ਚਲਾਏ ਨ ਦੂਤ ਜਮ, ਪਾਪੀ ਨੂੰ ਜਿਹੜਾ ਸੰਸਾਰ ਵਿੱਚ ਖੱਚਤ ਹੈ, ਭਰਮ ਵਿੱਚ ਪਿਆ ਹੋਇਆ ਹੈ, ਅਗਿਆਨ ਦਾ ਸ਼ਿਕਾਰ ਹੈ, ਉਹਨੂੰ ਪਕੜ ਕੇ ਫਿਰ ਜਮਦੂਤ ਲੈ ਜਾਂਦੇ ਆ, ਤੋਰ ਲੈਂਦੇ ਆ ਅੱਗੇ ਨੂੰ ਨਰਕਾਂ ਵਿੱਚ ਪਾਉਣ ਵਾਸਤੇ। ਕਿਸੇ ਨਾ ਦੇਨੀ ਭੇਤ, ਇਹ ਭੇਤ ਤੇ ਖਬਰ ਵੀ ਨਹੀਂ ਕਿਸੇ ਨੂੰ ਦੇਣ ਦਿੰਦੇ, ਖਬਰ ਲੱਗਣੀ ਨਹੀਂ ਦਿੰਦੇ ਵੀ ਕਦੋਂ ਤੋਂ ਕਦੋਂ ਲੈ ਗਏ। ਕਹਿੰਦਾ ਚੰਗਾ ਭਲਿਆ ਤੁਰਿਆ ਫਿਰਦਾ ਸੀ, ਪਤਾ ਨਹੀਂ ਕਦੋਂ ਚਲਿਆ ਗਿਆ, ਖਬਰ ਹੀ ਨਹੀਂ ਲੱਗੀ, ਪਤਾ ਹੀ ਨਹੀਂ ਲੱਗਾ। ਇਹ ਖਬਰ, ਇਹ ਪਤਾ, ਇਹ ਭੇਤ ਕਿਸੇ ਨੂੰ ਦਿੰਦੇ ਹੀ ਨਹੀਂ ਹਨ, ਲੱਗਣੀ ਨਹੀਂ ਦਿੰਦੇ ਐਸੀ ਖਬਰ। ਛੱਡ ਖੜੋਤੇ ਖਿਨਾ ਮਾਹੇ, ਇੱਕ ਖਿਨ ਵਿੱਚ ਹੀ ਸਾਰੇ ਛੱਡ ਕੇ ਪਾਸੇ ਖੜ ਜਾਂਦੇ ਆ, ਦੂਰ ਹੋ ਜਾਂਦੇ ਆ। ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਨਾਲ ਬਹੁਤਾ ਹਿੱਤ, ਬਹੁਤਾ ਮੋਹ, ਬਹੁਤਾ ਪਿਆਰ ਕਰਦਾ ਸੀ ਕਿ ਇਹ ਮੇਰੇ ਆ, ਮੈਂ ਇਹਨਾਂ ਦਾ ਹਾਂ। ਹੱਥ ਮਰੋੜਾ ਤਨ ਕਪੇ, ਮਰਦਿਆਂ ਹੋਇਆਂ ਹੱਥ ਮਰੋੜਦਾ, ਸਰੀਰ ਦੇ ਅੰਗ ਅੰਗ ਜਦੋਂ ਜਾਨ ਨਿਕਲਦੀ ਹੈ ਨਾ, ਤਾਂ ਡਾਡਾਂ ਨਿਕਲ ਜਾਂਦੀਆਂ। ਬੜਾ ਔਖਾ ਹੈ ਸਰੀਰ ਦੇ ਵਿੱਚੋਂ ਜਦੋਂ ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੂਕੜਕਾਏ ਵਾਲੀ ਹਾਲਤ ਹੁੰਦੀ ਹੈ। ਸਿਆਹ ਹੋਆ ਸੇਤ, ਤਨ ਕੰਬਦਾ ਹੈ, ਜਾਂ ਇਉਂ ਕਹਿ ਲੋ ਵੀ ਜਦੋਂ ਕਾਲ ਅੰਦਰੋਂ ਜੀਵ ਆਤਮਾ ਨੂੰ ਕਪੈ ਕੱਟ ਲੈਂਦਾ ਦੇਹ ਦੇ ਨਾਲੋਂ, ਉਦੋਂ ਫਿਰ ਸਿਆਹ ਹੋਆ ਸੇਤ, ਜਿਹੜਾ ਉਜਲ ਦੁੱਧ ਵਰਗਾ ਰੰਗ ਸੀ ਨਾ, ਐਨ ਚਮਕਦਾ ਸੀ, ਤੇ ਉਹ ਕਾਲਾ ਸਿਆਹ ਹੋ ਜਾਂਦਾ। ਐਸੀ ਦੇਹ ਦੀ ਹਾਲਤ ਬਣ ਜਾਂਦੀ ਹੈ। ਜਿਹਾ ਬੀਜੈ ਸੋ ਲੁਣਾ, ਫਿਰ ਮਾੜੇ ਕਰਮਾਂ ਦਾ ਜਿਹੜਾ ਬੀਜ ਬੀਜਿਆ ਸੀ ਸਰੀਰ ਰੂਪ ਖੇਤ ਵਿੱਚ, ਉਹਦਾ ਫਿਰ ਫਲ ਵੱਢਦਾ, ਫਿਰ ਅੱਗੇ ਨਰਕਾਂ ਵਿੱਚ ਸਜ਼ਾ ਮਿਲਦੀ, ਭੋਗਦਾ ਹੈ। ਕਰਮਾ ਸੰਦੜਾ ਖੇਤ, ਕਰਮਾਂ ਰੂਪੀ ਖੇਤ ਦੇ ਵਿੱਚ ਜਿਹੋ ਜਿਹਾ ਬੀਜ ਕਰਮਾਂ ਦਾ ਪਾਏ, ਚੰਗਿਆਂ ਦਾ ਫਲ ਚੰਗਾ, ਮਾੜਿਆਂ ਦਾ ਮਾੜਾ। ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਗੁਰਬਾਣੀ ਦੇ ਇਹਨਾਂ ਸਿਧਾਂਤਾਂ ਦੇ ਉੱਤੇ ਵੀ ਨੁਕਤਾ ਚੀਨੀ ਹੈ। ਕੋਈ ਨਰਕ ਨਹੀਂ, ਕੋਈ ਸਵਰਗ ਨਹੀਂ, ਕੋਈ ਜਮ ਨਹੀਂ ਆਖੇ। ਪਰ ਜੇ ਆਪਾਂ ਗੁਰਬਾਣੀ ਨੂੰ ਮੰਨਣ ਵਾਲੇ ਹੈ ਕਿ ਸਾਡੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਪਰ ਗੁਰਬਾਣੀ ਤਾਂ ਫਿਰ ਅਨਥਾ ਝੂਠ ਨਹੀਂ ਨਾ ਕਦੇ ਕਹਿ ਸਕਦੀ। ਗੁਰਬਾਣੀ ਅਸਲੀਅਤ ਬਿਆਨ ਕਰ ਰਹੀ ਹੈ ਵੀ ਇਹ ਬੰਦੇ ਸਾਰਾ ਕੁਝ ਤੇਰੇ ਨਾਲ ਹੋਣਾ ਹੀ ਹੋਣਾ ਹੈ। ਗੁਰਬਾਣੀ ਅਗਲੇ ਲੋਕ ਦੇ ਵੀ ਰਾਜ ਖੋਲ ਰਹੀ ਹੈ। ਇਸ ਕਰਕੇ ਇਸ ਗੁਰਬਾਣੀ ਨੂੰ ਸੱਤ ਕਰਕੇ ਮੰਨ, ਇਹ ਹੁੰਦਾ ਹੀ ਹੁੰਦਾ ਵਰਤਾਰਾ ਹੈ ਜੀਵ ਤੇਰੇ ਨਾਲ। ਇਸ ਕਰਕੇ ਭੁਲੇਖਾ ਨਾ ਰੱਖੀ ਮਨ ਦੇ ਵਿੱਚ, ਜਾਂ ਭੁਲੇਖਾ ਪਾਏ ਵਾਲਿਆਂ ਦੇ ਭੁਲੇਖੇ ਦਾ ਸ਼ਿਕਾਰ ਹੋ ਕੇ ਦੇਖੀ ਕਿਤੇ ਰੱਬ ਤੋਂ ਗੁਰੂ ਤੋਂ ਬੇਮੁਖ ਨਾ ਹੋ ਜਾਈ। ਇਸ ਕਰਕੇ ਕਹਿੰਦੇ ਸਾਰੇ ਛੱਡ ਕੇ ਪਰੇ ਖੜ ਜਾਣਗੇ। ਕਰਮਾਂ ਰੂਪੀ ਖੇਤ ਵਿੱਚ ਜਿਹੋ ਜਿਹਾ ਬੀਜ ਪਾਇਆ ਹੈ, ਸਰੀਰ ਰੂਪ ਦੇਹ ਦੇ ਵਿੱਚ ਕਰਮਾਂ ਦਾ ਬੀਜ ਜਿਹੋ ਜਿਹਾ ਬੀਜਿਆ, ਉਹੋ ਜਿਹਾ ਫਲ ਕੱਟ ਲਵੇਗਾ, ਫਿਰ ਭੋਗ ਲਵੇਗਾ। ਕੱਟਣਾ ਕੀ ਹੈ? ਭੋਗੇਗਾ। ਨਾਨਕ ਪ੍ਰਭ ਸਰਣਾਗਤੀ। ਇਸ ਕਰਕੇ ਅਰਦਾਸ ਕਰੀਏ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਕਿ ਜੇ ਇਹਨਾਂ ਤੋਂ ਬਚਣਾ ਫਿਰ ਪ੍ਰਭੂ ਦੀ ਸ਼ਰਨ ਵਿੱਚ ਆ ਜਾ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਜਾ, ਫਿਰ ਤੂੰ ਬਚ ਜਾਵੇਂਗਾ। ਚਰਨ ਬੋਹਿਤ ਪ੍ਰਭ ਦੇਤ। ਆਪਣੇ ਵਰਗੇ ਅਰਦਾਸ ਕਰਦੇ ਆ, ਮਹਾਰਾਜ ਕਿਰਪਾ ਕਰੋ ਛੁਟਕਾਰਾ ਕਿਵੇਂ ਹੋਵੇ। ਮਹਾਰਾਜ ਕਹਿੰਦੇ ਚਰਨ, ਫਿਰ ਗੁਰੂ ਸਾਹਿਬ ਪਰਮੇਸ਼ਰ ਦੇ ਚਰਨ ਕੀ ਆ? ਉਹਦਾ ਨਾਮ, ਉਹਦੇ ਨਾਮ ਦਾ ਆਸਰਾ ਦੇ ਦਿੰਦੇ ਆ, ਨਾਮ ਰੂਪ ਜਹਾਜ਼ ਤੇ ਚੜਾ ਦਿੰਦੇ ਆ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ। ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਗੁਰਸਿੱਖੀ ਦੇ ਜਹਾਜ਼ ਵਿੱਚ ਬਿਠਾ ਦਿੰਦੇ ਆ। ਜਿਵੇਂ ਜਹਾਜ਼ ਇੱਕ ਮੁਲਕ ਤੋਂ ਦੂਜੇ ਮੁਲਕ ਵਿੱਚ ਲੈ ਜਾਂਦਾ ਉਡਾਰੀ ਮਾਰ ਕੇ, ਇਵੇਂ ਮਾਤ ਲੋਕ ਤੋਂ ਫਿਰ ਉਹਨਾਂ ਗੁਰਮੁਖਾਂ ਨੂੰ ਮਹਾਰਾਜ ਸੱਚਖੰਡ ਦੇ ਵਿੱਚ ਲੈ ਜਾਂਦੇ ਆ। ਇਸ ਕਰਕੇ ਆਪਣੇ ਚਰਨਾਂ ਦਾ ਆਸਰਾ ਦੇ ਦਿੱਤਾ, ਸ਼ਰਨ ਵਿੱਚ ਜਿਹੜੇ ਆਏ ਆ ਉਹਨਾਂ ਨੂੰ ਦਿੱਤਾ।
ਫਿਰ ਉਹ ਭਾਈ ਬਚ ਗਏ ਆ ਨਰਕਾਂ ਵਿੱਚ ਪੈਣ ਤੋਂ, ਦੁੱਖ ਭੋਗਣ ਤੋਂ, ਜਮਾਂ ਦੇ। ਸੇ ਭਾਦੋਏ ਨਰਕ ਨ ਪਾਈਐ। ਜਿਨ੍ਹਾਂ ਨੂੰ ਦਵੈਤ ਚੰਗੀ ਨਹੀਂ ਲੱਗੀ, ਕੇਵਲ ਵਾਹਿਗੁਰੂ ਦਾ ਨਾਮ, ਉਹਦਾ ਪ੍ਰੇਮ ਚੰਗਾ ਲੱਗਿਆ, ਮਹਾਰਾਜ ਕਹਿੰਦੇ ਉਹ ਨਰਕਾਂ ਵਿੱਚ ਨਹੀਂ ਪਾਈਦੇ ਹਨ, ਨਹੀਂ ਪੈਂਦੇ। ਭਾਦੋਂ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਆ। ਗੁਰ ਰੱਖਣ ਵਾਲਾ ਹੇਤ। ਉਹਨਾਂ ਨਾਲ ਗੁਰੂ ਸਾਹਿਬ ਬਹੁਤਾ ਹਿੱਤ ਕਰਦੇ ਆ, ਪਿਆਰ ਕਰਦੇ, ਮਹਾਰਾਜ ਉਹਨਾਂ ਦੀ ਰੱਖਿਆ ਕਰਦੇ ਆ। ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਦਾਨ ਸਿੰਘ ਨੂੰ ਕਹਿੰਦੇ ਅੰਮ੍ਰਿਤ ਛਕ ਲੈ। ਕਹਿੰਦਾ ਕੀ ਹੋਏਗਾ? ਕਹਿੰਦੇ ਨਰਕਾਂ 'ਚ ਨਹੀਂ ਪੈਣ ਦਿਆਂਗੇ। ਕਹਿੰਦਾ ਨਰਕ ਕਿਹੜਾ ਦੇਖੇ ਆ, ਗੱਲਾਂ ਹੀ ਬਣਾਈਆਂ ਹੋਈਆਂ। ਨਾਸਤਕ ਜਿਵੇਂ ਅੱਜ ਵੀ ਸਵਾਲ ਕਰਦੇ ਉਵੇਂ ਉਹਨੇ ਕਰਤਾ। ਕਹਿੰਦਾ ਨਰਕ ਕਿਹੜਾ ਦੇਖੇ ਆ ਕਿਸੇ ਨੇ, ਸੁਣਿਆ ਹੀ ਆ ਤੁਹਾਡੇ ਤੋਂ, ਜਾਂ ਲੋਕ ਵੀ ਗੱਲਾਂ ਕਰਦੇ ਆ। ਮਹਾਰਾਜ ਕਹਿੰਦੇ ਦਿਖਾ ਦਈਏ? ਕਹਿੰਦਾ ਜੇ ਦਿਖਾਓ ਫਿਰ ਮੰਨ ਜਾਊਂਗਾ। ਮਹਾਰਾਜ ਜੀ ਨੇ ਆਪਣਾ ਤਨਖ ਦੇ ਵਿੱਚੋਂ ਤੀਰ ਕੱਢਿਆ, ਸਿਰ ਤੇ ਰੱਖ ਦਿੱਤਾ। ਸੁਰਤ ਦੀ ਮਾਰੀ ਉਡਾਰੀ, ਸੂਖਮ ਸਰੀਰ ਨੂੰ ਲੈ ਗਏ ਨਰਕਾਂ ਦੇ ਨੇੜੇ। ਕਹਿੰਦੇ ਵੇਖ ਲੈ। ਵੇਖਦਾ ਜਦੋਂ ਨਰਕਾਂ ਦਾ ਨਜ਼ਾਰਾ ਦੇਖਿਆ ਨਾ, ਪਾਪੀ ਪਾਪ ਕਰਮ ਕਮਾਮ ਦੇ ਕਰਦੇ, ਹਾਏ ਹਾਏ ਨਾਨਕ ਜੋ ਮਥਨ ਮਧਾਣੀਆਂ ਤੂੰ ਮਥੇ ਧਰਮ ਰਾਏ। ਜਿਵੇਂ ਮਧਾਣੀ ਦੁੱਧ ਨੂੰ ਰਿੜਕਦੀਆਂ ਐ ਨਰਕਾਂ ਦੇ ਵਿੱਚ ਪਾਪੀਆਂ ਨੂੰ ਰਿੜਕਿਆ, ਭਾਵ ਸਜ਼ਾ ਦਿੱਤੀ ਜਾ ਰਹੀ ਹੈ। ਮਹਾਰਾਜ ਜੀ ਨੇ ਤੀਰ ਦਾ ਫਲ ਉੱਤੋਂ ਚੱਕ ਲਿਆ। ਮੁੜਕਾ ਆਇਆ ਹੋਇਆ, ਜਵਾਨ ਕੰਬਦੀ ਹੈ ਤੇ ਸਰੀਰ ਸਾਰਾ ਥਰ ਥਰ ਕਰਦਾ। ਕਹਿੰਦਾ ਮਹਾਰਾਜ ਛੇਤੀ ਕਰੋ, ਕਿਰਪਾ ਅੰਮ੍ਰਿਤ ਛਕਾ ਦਿਓ। ਨਰਕਾਂ ਦੀ ਸਜ਼ਾ ਦੇਖ ਕੇ ਝੱਲੀ ਨਹੀਂ ਗਈ, ਐਡਾ ਵੱਡਾ ਦੁੱਖ। ਕਿਉਂ? ਮਹਾਰਾਜ ਦਿਖਾ ਵੀ ਦਿੰਦੇ ਹੈ। ਇਸ ਕਰਕੇ ਭਾਈ ਜਿਨ੍ਹਾਂ ਦਾ ਗੁਰੂ ਰੱਖਣ ਵਾਲਾ ਨਾ, ਜਿਨ੍ਹਾਂ ਦਾ ਹਿੱਤ ਗੁਰੂ ਕਰਦਾ, ਉਹਨਾਂ ਨੂੰ ਮਹਾਰਾਜ ਨਰਕ ਕੂਪਮੈ ਗੋਤੇ ਖਾਵਣਿਆਂ ਤੋਂ ਬਚਾ ਲੈਂਦੇ ਆ, ਉਹਨਾਂ ਦੀ ਰੱਖਿਆ ਕਰਦੇ ਆ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲੈ ਜਾਂਦੇ ਆ, ਆਪਣੇ ਵਿੱਚ ਅਭੇਦ ਕਰ ਲੈਂਦੇ ਆ। ਜਿਵੇਂ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਅਭੇਦ ਕੀਤਾ। ਇਦੋਂ ਵੱਡੀ ਅਭੇਦਤਾ ਕੀ, ਸਰੀਰ ਦੀ ਪਰਵਾਹ ਹੀ ਨਹੀਂ, ਗੁਰਸਿੱਖੀ ਸਿਦਕ ਦੇ ਉੱਤੋਂ ਦੀ ਸਰੀਰ ਨਿਸ਼ਾਵਰ ਕਰ ਦੇਣਾ। ਔਰ ਚਮਕੌਰ ਸਾਹਿਬ ਦਾ ਇਤਿਹਾਸ ਸੁਣਾਉਂਦਿਆਂ ਇਹ ਬੇਨਤੀ ਕਰ ਦੇਣੀ ਕਿ ਇਹ ਕਲਗੀਧਰ ਪਾਤਸ਼ਾਹ, ਤੁਸੀਂ ਕੌਮ ਦੇ ਉੱਤੋਂ ਦੀ, ਪੰਥ ਦੇ ਉੱਤੋਂ ਦੀ 4 ਵਾਰੇ ਸੀ, ਮੇਰੇ ਇੱਕ ਪੁੱਤ ਨੂੰ ਪੰਥ ਦੀ ਸੇਵਾ ਦੇ ਵਿੱਚ ਸ਼ਹੀਦੀ ਦਾ ਜਾਮ ਬਖਸ਼ਿਸ਼ ਕਰਿਓ। ਸ਼ਹੀਦ ਭਾਈ ਅਮਰੀਕ ਸਿੰਘ ਜੀ ਮਹਾਂਪੁਰਖਾਂ ਦੇ ਵੱਡੇ ਸੁਪੁੱਤਰ ਸਨ। ਜਦੋਂ ਉਹਨਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 6 ਜੂਨ ਦੇ ਘੱਲੂਘਾਰੇ ਵਿੱਚ ਸ਼ਹੀਦੀ ਦਾ ਜਾਮ ਵੀ ਪੀਤਾ। ਇੱਕ ਸ਼ਹੀਦ ਪਿਤਾ ਹੋਣ ਦਾ ਵੀ ਮਾਣ, ਦਮਦਮੀ ਟਕਸਾਲ ਦੇ ਮੁਖੀ ਹੋਣ ਦੀ ਵੀ ਪਦਵੀ, ਔਰ ਫਿਰ ਸਿੱਖੀ ਸਿਦਕ ਵੀ ਸਵਾਸਾਂ ਕੇਸਾਂ ਸੰਗ ਉਹਨਾਂ ਮਹਾਂਪੁਰਖਾਂ ਨੇ ਨਿਭਾ ਕੇ ਵਿਖਾਇਆ, ਮਿਸਾਲ ਬਣ ਗਏ। ਸੋ ਸਾਧ ਸੰਗਤ ਜੀ, ਇਹੀ ਧਰਮ ਦੀ ਪੌੜੀ ਹੈ ਜਿਹੜੀ ਕਠਨ ਹੈ ਚੜ੍ਹਨੀ, ਜਿਹੜੀ ਤੇ ਚੜ੍ਹਦੇ ਚੜ੍ਹਦੇ ਅੱਜ ਦੇ ਦਿਨ ਸੱਚਖੰਡ ਜਾ ਬਰਾਜੇ। ਪੂਰੇ ਮਹਾਂਪੁਰਖ, ਪੂਰੇ ਕਾ ਕੀਆ ਸਭ ਕੁਛ ਪੂਰਾ। ਇਉਂ ਭਾਈ ਉਹਨਾਂ ਉੱਤੇ ਸਤਿਗੁਰੂ ਦੀਆਂ ਅਪਾਰ ਰਹਿਮਤਾਂ ਬਖਸ਼ਿਸ਼ਾਂ ਹੁੰਦੀਆਂ ਹਨ। ਸੋ ਸਮਾਂ ਬਹੁਤ ਹੋ ਗਿਆ ਹੈ, ਸੰਗਤ ਵੀ ਬੜੇ ਪ੍ਰੇਮ ਨਾਲ ਜੁੜ ਕੇ ਹਾਜ਼ਰੀਆਂ ਭਰ ਰਹੀ ਹੈ, ਲੰਗਰ ਵੀ ਨਾਲ ਨਾਲ ਚੱਲ ਰਹੇ ਆ। ਬਹੁਤਾ ਸਮਾਂ ਨਹੀਂ ਆਪ ਜੀ ਦਾ ਲੈਣਾ। ਮਹਾਂਪੁਰਖ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੈ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਾਲੇ, ਸੰਤ ਬਾਬਾ ਮਨਮੋਹਨ ਸਿੰਘ ਜੀ, ਸੰਤ ਬਾਬਾ ਵੀਰ ਸਿੰਘ ਜੀ ਭੰਗਾਲੀ ਵਾਲੇ, ਸੰਤ ਬਾਬਾ ਗੁਰਭੇਟ ਸਿੰਘ ਜੀ ਖਡਾਲੇ ਵਾਲੇ, ਬੁਲਾਰੇ ਸੰਤ ਸਮਾਜ, ਅਤੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਤਿਕਾਰਯੋਗ ਭਾਈ ਸਾਹਿਬ ਭਾਈ ਭਗਵੰਤ ਸਿੰਘ ਜੀ ਸਿਆਲਕਾ, ਔਰ ਮਹਾਂਪੁਰਖਾਂ ਦੇ ਜਥੇ ਵਿੱਚ ਲੰਮਾ ਸਮਾਂ ਕੀਰਤਨ ਦੀ ਸੇਵਾ ਨਿਭਾਉਣ ਵਾਲੇ, ਔਰ ਐਕਸੀਡੈਂਟ ਹੋਣ ਤੋਂ ਪਹਿਲਾਂ ਮਲਸੀਹਾਂ ਨਗਰ ਵਿੱਚ ਭਾਈ ਉਜਲ ਸਿੰਘ ਜੀ ਦੇ ਪਿਤਾ ਸਰਦਾਰ ਗਿਆਨ ਸਿੰਘ ਜੀ ਦੇ
ਅਤੇ ਮਲਸੀਹਾਂ ਨਗਰ ਦੀ ਸੰਗਤ ਦੇ ਪ੍ਰੇਮ ਨੂੰ ਮੁੱਖ ਰੱਖ ਕੇ ਮਹਾਂਪੁਰਖ ਮਲਸੀਹਾਂ ਨਗਰ ਗਏ ਹੋਏ ਸਨ ਤੇ ਐਕਸੀਡੈਂਟ ਹੋਣ ਵਾਲੇ ਦਿਨ ਇਹ ਸ਼ਬਦ ਇਹਨਾਂ ਰਾਗੀ ਸਿੰਘਾਂ ਤੋਂ, ਰਾਗੀ ਭਾਈ ਰਾਮ ਸਿੰਘ ਜੀ, ਇਹਨਾਂ ਸਿੰਘਾਂ ਤੋਂ ਇਹ ਸ਼ਬਦ ਦੁਬਾਰਾ ਪੜ੍ਹਾਇਆ ਸੀ, ਬਹੁਰ ਹਮ ਕਾਹੇ ਆਵਾਂਗੇ, ਆਮਨ ਜਾਨਾ ਹੁਕਮ ਤਿਸਾ ਕਾ ਹੁਕਮ ਹੈ ਬੂਢ ਸਮਾਵਾਂਗੇ। ਇਹ ਸਾਰਾ ਬ੍ਰਹਮ ਗਿਆਨੀ ਦੇ ਅਵਸਥਾ ਦੇ ਪ੍ਰਥਾਏ ਇਹ ਸ਼ਬਦ ਹੈ। ਸੋ ਮਹਾਂਪੁਰਖਾਂ ਨੂੰ ਪਤਾ ਸੀ ਸਰੀਰ ਦਾ ਸਮਾਂ ਨੇੜੇ ਹੈ। ਸੋ ਉਹ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਰਾਮ ਸਿੰਘ ਜੀ ਵੀ ਪਹੁੰਚੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਔਰ ਜਥੇਬੰਦੀ ਦੇ ਪੁਰਾਣੇ ਵਿਦਿਆਰਥੀ ਭਾਈ ਸਾਹਿਬ ਭਾਈ ਅਜੈਬ ਸਿੰਘ ਜੀ ਅਭਿਆਸੀ ਵੀ ਪਹੁੰਚੇ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਸਤਿਕਾਰਯੋਗ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ, ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ, ਗਿਆਨੀ ਸਾਹਿਬ ਸਿੰਘ ਜੀ ਅਤੇ ਹੋਰ ਵੀ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਰੋਡੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸੰਤ ਖਾਲਸਾ। ਸੋ ਹੋਰ ਵੀ ਬਹੁਤ ਸ਼ਖਸੀਅਤਾਂ ਸੰਗਤ ਵਿੱਚ ਬੈਠੀਆਂ ਹਨ। ਸਾਰਿਆਂ ਦਾ ਜ਼ਿਕਰ ਸਤਿਕਾਰਯੋਗ ਗਿਆਨੀ ਜੀਵਾ ਸਿੰਘ ਜੀ, ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਕਰਨਗੇ। ਸੋ ਦਮਦਮੀ ਟਕਸਾਲ ਵਿੱਚੋਂ ਰਾਗੀ ਸਿੰਘਾਂ ਨੇ ਬਹੁਤ ਪ੍ਰੇਮ ਦੇ ਨਾਲ ਛੋਟੀ ਉਮਰ ਤੋਂ ਕੀਰਤਨ ਸਿੱਖਿਆ। ਬਹੁਤ ਸੋਹਣਾ ਉਹਨਾਂ ਨੇ ਕੀਰਤਨ ਆਪ ਜੀ ਨੂੰ ਸਰਵਣ ਕਰਵਾਉਣਾ ਦਾਸ ਤੋਂ ਬਾਅਦ। ਸੋ ਉਹਨਾਂ ਦੀ ਰਸਨਾ ਤੋਂ ਕੀਰਤਨ ਵੀ ਸੁਣਨਾ ਹੈ। ਸੰਤ ਬਾਬਾ ਗੁਰਦੇਵ ਸਿੰਘ ਜੀ ਤਰਸਿੱਕੇ ਵਾਲੇ ਵੀ ਪਹੁੰਚੇ ਹੈ, ਗਿਆਨੀ ਪ੍ਰਗਟ ਸਿੰਘ ਜੀ ਪਹੁੰਚੇ ਹੈ। ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੇਤ। ਸਾਧ ਸੰਗਤ ਜੀ, ਜਥੇਦਾਰ ਬਾਬਾ ਅਜੀਤ ਸਿੰਘ ਜੀ, ਮੁਖੀ ਤਰਨਾ ਦਲ ਮਹਿਤਾ ਚੌਂਕ, ਜਿਨ੍ਹਾਂ ਦੀ ਬਹੁਤ ਵੱਡੀ ਜਥੇਬੰਦੀ ਵਿੱਚ ਸੇਵਾ ਹੈ। ਸਤਿਕਾਰਯੋਗ ਜਥੇਦਾਰ ਭਾਈ ਜਰਨੈਲ ਸਿੰਘ ਜੀ, ਗਿਆਨੀ ਗੁਰਸੇਵਕ ਸਿੰਘ ਜੀ ਪਟਨਾ ਸਾਹਿਬ, ਜੋ ਬਹੁਤ ਵੱਡੀਆਂ ਜੋੜ ਮੇਲੇ ਵਿੱਚ ਸੇਵਾਵਾਂ ਦੇ ਰਹੇ ਹੈ। ਮੈਂ ਇਹਨਾਂ ਸਿੰਘਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਕੜਾਹ ਪ੍ਰਸ਼ਾਦ ਲੈਣ ਤੋਂ ਉਪਰੰਤ ਲੰਗਰ ਛਕ ਕੇ ਫਿਰ ਸੰਗਤਾਂ ਨੇ ਜਾਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ